ਲਾਏ। ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਦਿਓ। ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜਿਉ। ਧਰਮਾਂ ਦੇ ਠਾਠੇ ਦਰਬਾਰ ਸੁਧ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕੇ ਬਾਰ। ਲੇਟਾ ਕਤੈ ਨ ਛੂਟੀਐ ਖਿਨ ਖਿਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗਣਤੀ ਗਣੀ ਨਹੀਂ ਕੋ ਛੂਟੈ ਕਾਚੀ ਗਾਗਰ ਸਰ ਪਰ ਫੂਟੈ। ਲੇਖੈ ਕਤੈ ਨ ਛੂਟੀਐ ਖਿਨ ਖਿਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਦੇਵਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਬਰਾਦੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸਿਰ ਫਿਰ ਗਰਭਾਸ ਨ ਭਰਿਆ ਰੇ। ਕਾਗਦ ਲੇਖਾ ਜੋ ਕਰੋ ਕਹਾ ਪੁਜਾਵੋ ਨਾਥ। ਔਗਣ ਹਮਾਰੇ ਬਖਸ਼ੀਏ ਮਾਥੈ ਧਰ ਕੇ ਹਾਥ। ਜਾਂ ਮੈਂ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਾਂ ਮੈਂ ਅੰਮ੍ਰਿਤ ਗਿਆਨ ਹੈ ਮਾਨੁਖ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨਹਿ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨਹਿ ਸੁਣਿਆ ਦੁਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ। ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ। ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਹੋਏ ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਨਕ ਬਖਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ। ਕਹੋ ਨਾਨਕ ਨਹਿ ਚਲ ਕਰ ਬਾਧਿਓ ਗੁਰ ਕੀਓ ਬੰਧਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ। ਕਹੋ ਨਾਨਕ ਨਹਿ ਚਲ ਕਰ ਬਾਧਿਓ ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨਹਿ ਸੁਣਿਆ ਦੁਖ ਸੁਖ ਮੇਰਾ
ਤੋ ਬਿਦ ਨੀਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਔਰ ਨਵਾਜੀ, ਪਰਮ ਪੂਜ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਬਹੁਤ ਕਿਰਪਾ ਪਾਰ ਬਖਸ਼ ਹੈ। ਹੋਣੀ ਵੀ ਚਾਹੀਦੀ ਹੈ। ਇੱਕ ਮਹਾਨ ਉੱਚ ਥਾਂ ਮਹਾਂਪੁਰਖ ਤੱਤ ਵਿਦਿਆਨ ਹੈ। ਆਪ ਸਥਾਪਨ ਗੁਰਦੁਆਰਾ ਸੱਚਖੰਡ ਬਣਾਇਆ ਹੋਵੇ, ਕਾਫੀ ਚਿਰ ਨਿਵਾਸ ਰੱਖਿਆ ਹੋਏ। ਇਸ ਪਿੰਡ ਦਾ ਗੰਦਮੰਦ ਭੈੜੀਆਂ ਫਸਲਾਂ ਤੰਬਾਕੂ ਵਾਸ ਚੁੱਕੀ ਹੋਏ, ਬਹੁਤ ਪਰਉਪਕਾਰ ਹੈ। ਹਰ ਹਰ ਜਨ ਦੋ ਇਹ ਹੈ ਵੀ ਵਿਚਾਰ ਕਛ ਨਹੀਂ ਜਾਤੇ ਉਤਰੰਗ ਜੋ ਜਲ ਵਿਖੈ ਸਮਾਹੀ। ਜਿਉਂ ਜਲ ਮੈਂ ਜਲ ਰਿਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ। ਉਹ ਤਾਂ ਬੜਾ ਕੁਝ ਅਮਰ ਜੀਵਨ ਇਹ ਹੋ ਵੀ ਬੜੇ, ਪਰ ਕਲਯੁਗ ਦਾ ਜੀਵ ਕੁਝ ਸੁਣਨ ਮੰਨਣ ਦੇ ਆਸਣ ਤੱਕ ਜਾਂਦਾ ਨਹੀਂ। ਕੱਲ ਅਸੀਂ ਜ਼ਰੂਰ ਹੈ ਸਾਡੇ ਫੂਕਣੀ ਵਾਂਗ ਕੰਨ ਹੈ, ਫੂਕਣੀ ਵਾਂਗ ਇਹ ਕੰਨ ਰਾਹੀਂ ਸੋਚ ਵਿੱਚ ਸਰਵ ਸਾਧਨਾ ਕਰਦੇ ਨੇ, ਵਿਸ਼ਵਾਸ ਰੱਖਦੇ ਨਹੀਂ। ਦੂਜੇ ਕੰਨ ਤਾਂ ਹੀ ਕੱਢੀ ਜਾਂਦੇ ਆ, ਪਰ ਧਾਰਨ ਸਕਦੇ। ਕਾਰ ਕੋ ਸੱਚੇ ਪਾਤਸ਼ਾਹ ਦੇ ਕੋ ਮੰਗੀਏ, ਸੁਣਿਆ ਮੰਨਿਆ ਨਿਦਾਸਨ ਤਾਂ ਹੀ ਕਹੋ ਸ਼ਰਧਾ ਨਾਲ ਸੁਣਾਂਗੇ। ਕੁਝ ਆਪਾਂ ਬੜਾ ਜੋੜ ਵੇਲਾ ਬੜਾ ਕੁਝ ਟਾਡੀ ਰਾਗੇ ਬੜਾ ਕੁਝ ਹੋਈ ਜਾਂਦਾ ਹੈ, ਪਰ ਇਹ ਭੈੜੀ ਆਦਤਾਂ ਉਹ ਕਹਿੰਦਾ ਕੋਟਕ ਪੀ ਲਈਦਾ। ਅੰਮ੍ਰਿਤ ਦੀ ਸਾਰ ਨਹੀਂ ਜਾਣਦੇ, ਬੜੇ ਸਾਲ ਪੜ੍ਹੇ ਜਾ ਰਹੇ ਹਨ, ਬਹੁਤ ਜ਼ਿਆਦਾ ਪੀਂਦੇ ਆ। ਅੰਮ੍ਰਿਤ ਕੌੜਾ ਵੇਖਿਆ ਮਿੱਠੀ ਸਾਥੀ ਬਿੰਦ ਨੈਣੋ ਡਿਠੀ ਛਵਛ ਜ਼ਹਿਰ, ਉਹ ਤਾਂ ਲੱਗਦੀ ਮਿੱਠੀ। ਦੋ ਘੁੱਟ ਮਗਰੋਂ ਬਦਲੇ ਕੰਮ ਤਾਂ ਨਹੀਂ ਛੱਡਦੇ। ਘਰਾਂ ਵਾਲਿਆਂ ਨੂੰ ਕਾਠ ਮਾਰ ਰਹੇ ਹੈ। ਬੰਦਿਆਂ ਦਾ ਕੁਝ ਵਾਯੂਮੰਡਲ ਗੰਧ ਲਾਇਆ। ਵਿਵੇਕਤਾ ਨਰਮ ਕੋਲੇ ਚਿੱਤ ਵਾਲੀ ਹੁੰਦੀਆਂ ਵਿਚਾਰੀਆਂ, ਪਰ ਕੋ ਸਮਝ ਲਓ ਮਨੁੱਖ ਸਰੀਰ ਹੈ, ਵਾਰ ਮਿਲਣਾ ਨਹੀਂ। ਮੁਸਲਮਾਨ ਸਾਲ ਕਦੇ ਹੈ ਨਹੀਂ, ਮਿਲਦਾ ਹੀ ਨਹੀਂ, ਪਰ ਸਾਡੀ ਗੁਰਮਤ ਹੈ। ਕਾਲ ਕੋ ਬਾਣੀ ਕਹਿੰਦੀ ਹੈ ਮਿਲ ਵੀ ਜਾਂਦਾ ਕਰਮਾਂ ਮੁਤਾਬਕ। ਆਪਾਂ ਇਹ ਚੀਜ਼ਾਂ ਛੱਡ ਦਈਏ। ਮਨ ਕੀ ਮਤ ਤਿਆਗੋ ਹਾਜਨ, ਇਹ ਬਾਤ ਇਕੱਠੀ ਛੱਡਦੀ ਆਪਣੀ ਅਕਲ। ਸਾਡੀ ਤੁੱਛ ਅਕਲ ਹੈ, ਸੰਗਤ ਵਾਲੀ ਅਕਲ ਹੈ, ਨੇੜੇ ਤੇੜੇ ਦੀ ਅਕਲ ਹੈ, ਪ੍ਰਭਾਵ ਹੈ। ਜੈਰਾਮ ਪੀਰ ਵਾਲੇ ਦਾ ਅਸਰ ਹੈ, ਆਂਬਲੀਆਂ ਦਾ ਖੁੰਡ ਮੁੰਡ ਦਾ ਅਸਰ ਹੈ। ਉਧਰਾ ਖੜਾ ਛੱਡੀਏ ਕਿ ਵੀਰ ਸੰਗ ਨਾ ਖੇਜੀਏ, ਦੂਰੋਂ ਜਾਈਏ ਭਾਜ। ਬਾਸਨ ਕਾਰੋ ਪਾਸਿਆ ਤਾਂ ਕੁਛ ਲੱਗੈ ਦਾਗ। ਸੁਸਾਇਟੀਆਂ ਛੱਡੀਏ ਗਲਤ, ਚੰਗੀਆਂ ਨੂੰ ਅਪਣਾ ਲਈਏ। ਤਨਾਸੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਅੰਮ੍ਰਿਤ ਸਾਹਿਬ ਸੁਭਾਈਮਾਨ ਦੁੱਖ ਪੰਜਨੀ ਮੇਰੀ ਹੇਠਾਂ ਦਵਾ ਸਜਾ ਹੈ। ਬੜੇ ਕਰਨੇ ਵਾਲੇ ਬਾਬਾ ਬੁੱਢਾ ਜੀ ਵਾਲ ਜਤੀ ਔਰ ਕੋੜਾ ਪ੍ਰੇਮੀ ਜਿਸਨੂੰ ਤੰਦਰੁਸਤੀ ਬਾਈ ਮੰਜੀ ਮਿਲੀ ਹੈ। ਬੜੇ ਬੈਠੇ ਹਨ। ਮਾਤਾ ਸੇਵਾ ਜੀ ਜੋ ਬੌਲੀ ਦੀ ਸੇਵਾ ਕਾਬੂ ਕਰਦੇ ਸੀ। ਭਾਈ ਗੁਰਦਾਸ ਜੀ ਵਿਦਵਾਨ ਵੈਰੋ ਵਰਗੇ
ਕੁਮਾਰ ਤੇ ਹਟ ਕੇ ਸੱਚੇ ਪਾਤਸ਼ਾਹ ਲੱਗਣ ਵਾਲੇ ਬਹੁਤ ਬੈਠੇ ਹਨ। ਰੱਬ ਦੀ ਕਿਰਪਾ ਤਾਰ ਕਾ ਮੰਡਲ ਜਨਕ ਮੋਤੀ ਗੁਰੂ ਮਹਾਰਾਜ ਤੇ ਪਾਤਸ਼ਾਹ ਸੁਭਾਈਮਾਨ ਸਾਰਿਆਂ ਵਿੱਚ ਚੰਦਰਮਾ ਸੁਭਾਈਮਾਨ ਹਨ। ਕਮਾਈ ਵਾਲੇ ਅੱਲੇ ਵਾਲੇ ਬੈਠੇ ਸੰਗਤਾਂ ਮਹਾਰਾਜ ਚੰਦਰਮਾ ਵਾਂਗ ਪ੍ਰਕਾਸ਼ ਪਾ ਰਹੇ ਹਨ। ਖੇੜੇ ਵਿੱਚ ਆਨੰਦ ਮਾਣ ਲਿਆ ਕਹਿ ਉਹ ਤਾਂ ਸਭ ਉਚਾਰ ਕੀਤਾ ਹੈ। ਤਨ ਮਨ ਧਨ ਆਦਿ ਇਹ ਸਭ ਰੱਬ ਦੀ ਦਾਤਾਂ ਹਨ, ਪਰਮਾਤਮਾ ਨੇ ਦਿੱਤੀਆਂ ਹਨ। ਇਹ ਤੇ ਕੋਈ ਕੋਈ ਨਿਰਭਰ ਰਹਿੰਦਾ ਹੈ। ਹਾਂ ਜੀ, ਵਾਹਿਗੁਰੂ ਦੀ ਬਖਸ਼ ਹੈ। ਕੋਈ ਕਹਿੰਦਾ ਜਿਹੜਾ ਤਨ ਮਨ ਸਰੀਰ ਮਿਲਿਆ ਇਹ ਕਰਮਾਂ ਕਰਕੇ ਮਿਲਿਆ। ਸਾਨੂੰ ਕੀ ਪਤਾ ਕਰਮਾਂ ਦਾ। ਆਪਣੇ ਕਰਮ ਕੀ ਗਤ ਮੈਂ ਕਿਉਂ ਜਾਣਾ, ਮੈਂ ਕਿਉਂ ਜਾਣਾ, ਬਾਬਾ ਰੇ ਜਾਣਦੇ। ਉਹੀ ਜਾਣਦਾ ਕਾਲਪੁਰਖ ਸਾਡੇ ਕਰਮਾਂ ਦੀ ਗਤੀ। ਕਰਮ ਗਤੀ ਬਹੁਤ ਵੱਡੀ ਚੀਜ਼ ਹੈ। ਕਰਮ ਇੱਕ ਬਹੁਤ ਵੱਡੀ ਚੀਜ਼ ਹੈ। ਚੰਗੇ ਕਰਮ ਬੜੇ ਉੱਚੇ ਲੈ ਜਾਂਦੇ ਹਨ। ਜਿਵੇਂ ਵਾਲਮੀਕ ਬਟਵਾਰੇ ਨੂੰ ਯਾਦ ਕਰਦਾ ਕਿਸੇ ਵਰਗ ਨੇ ਚਰਨ ਤੋਂ ਉੱਤੇ ਬਹੁਤ ਉੱਚੇ ਲੈ ਜਾਂਦੇ ਹਨ। ਮਾੜੇ ਕਰਮ ਰਾਵਣ ਵਰਗ ਨੂੰ ਹੇਠਾਂ ਸਿੱਟਿਆ, ਕੰਸ ਵਰਗੇ ਨੂੰ ਹੇਠਾਂ ਸਿੱਟਿਆ, ਔਰ ਬੜੇ ਵੱਡਿਆਂ ਨੂੰ ਹੇਠਾਂ ਸਿੱਟਿਆ, ਗੋਡਲੀਆਂ ਲਵਾਤੀਆਂ। ਔਰੰਗਜ਼ੇਬ ਜਾਲੋਂ ਨੂੰ ਜੜ੍ਹਾਂ ਪੁੱਟਦੀਆਂ ਮਾੜੇ ਕਰਮਾਂ ਨੇ। ਕਰਮ ਦੇਖ ਕੇ ਕਰਨਾ ਚਾਹੀਦਾ। ਜੈਸਾ ਬੀਜੈ ਸੋ ਲੂਣੈ ਕਰਮਾ ਸੰਦੜਾ ਖੇਤ। ਸਰੀਰ ਖੇਤ ਜੰਮਿਆ ਬੀਜਿਆ ਸੋ ਅੰਤ ਖਲੋ ਆਏ। ਕਰਮ ਪਿਓ ਹੈ, ਪੱਥਰ ਦੀ ਲਕੀਰ ਹੈ। ਬਿਨ ਕਰਮ ਭਾਗਾਂ ਦੀ ਕਰਮ ਬਲੀ ਬਲਵਾਨ ਬੜਾ ਬੜਾ ਰੱਖਦਾ ਹੈ। ਤਨ ਮਨ ਜਿਸਕਾ ਤਨ ਮਨ ਧਨ ਸਭ ਤਿਸਕਾ। ਉਹ ਤੇ ਸੰਕਰ ਰਹੀ ਪਰਮਾਤਮਾ ਦੇ, ਸਾਡਾ ਨਹੀਂ। ਉਹ ਸਾਰਾ ਕੁਝ ਪਰਮਾਤਮਾ ਦਾ। ਜੋ ਕੁਝ ਵੀ ਅੰਗ ਪ੍ਰਤੰਗ ਹੈ ਰੱਬ ਨੇ ਬਣਾਇਆ। ਮਾਂ ਦੇ ਉਹਦੇ ਵਿੱਚ ਗਿਣਤੀਆਂ 6 ਮਹਾਂ ਬੜਾ ਕੁਝ ਬਣਾਇਆ ਪਰਮਾਤਮਾ। ਅੰਗ ਪ੍ਰਤੰਗ ਇੱਕ ਅੰਗ ਭੰਗ ਹੋ ਜਾਵੇ, ਅੰਗ ਭੰਗ ਕਿਸੇ ਤਰ੍ਹਾਂ ਲੱਗਦਾ ਹੀ ਨਹੀਂ। ਪਰ ਆਪਾਂ ਇੱਥੇ ਸੰਕ ਨਹੀਂ ਰਹਿੰਦੇ, ਭਾਣਾ ਨਹੀਂ ਮੰਨਦੇ, ਹੰਕਾਰ ਭਾਵ ਜਾ ਕਰਦੇ ਹਾਂ। ਸਭ ਕੁਛ ਗੋਬਿੰਦ ਨੇ ਦਿਆ ਜਬ ਦੇਨੇ ਮਾਨੁਖ ਦਹਿ। ਸਾਜ ਨੂੰ ਭਾਜਨ ਕਰ ਜਨ ਸਫਲ ਕਰ ਲੈ। ਉਹ ਕੋਈ ਚੀਜ਼ ਛੱਡੀ ਨਹੀਂ। ਜਦੋਂ ਸਾਨੂੰ ਮਨੁੱਖ ਸਰੀਰ ਦੀ ਮਾਈ ਪਾਏ ਦੇ ਸਿਰ ਦੀ ਬਖਸ਼ ਹੋ ਗਈ, ਲੱਖ ਕਰੋੜੇ ਮਿਲਿਆ ਨਾ ਕਰੋੜਾਂ ਰੁਪਏ ਬਦਲੇ ਮਿਲ ਜੂ। ਇਹ ਤਾਂ ਬਹੁਤ ਵੱਡੀ ਚੀਜ਼ ਹੈ, ਪਰਮਾਤਮਾ ਦੀ ਦੇਣ ਹੈ। ਭਾਣੇ ਵਿੱਚ ਰਹਿੰਦੇ ਸੰਕਰ ਨਹੀਂ ਰਹਿੰਦੇ, ਦਿੱਤੀ ਚੀਜ਼ ਹੈ। ਜਿਵੇਂ ਕੋਈ ਗਰਮੀ ਦੀ ਰੁੱਤ ਮਣੇ 'ਤੇ ਬਾਜਰਾ ਮਕਈ ਦੀ ਰਾਖੀ ਬੈਠਿਆ ਬਜ਼ੁਰਗ। ਮਹਾਰਾਜ ਦੇ ਪਾਤਸ਼ਾਹ ਤਲੋਕੀ ਦੇ ਮਾਲਕ, ਸਤਨਾਮ ਦੇ ਚੱਕਰ ਚਲਾਉਣ ਵਾਲੇ, ਗੁਰੂ ਨਾਨਕ ਦੇ ਜਗ ਜਲੰਧਰ ਠਾਰਨ ਵਾਲੇ ਉਧਰ ਨੂੰ ਚਲੇ ਗਏ। ਇੱਕ ਬਜ਼ੁਰਗ ਰੱਬ ਨੂੰ ਕੋਸੀ ਜਾਂਦਾ, ਤਾਨੇ ਮਿਹਨੇ ਮਾਰੀ ਜਾਂਦਾ। ਭਾਈ ਮਰਦਾਨੇ, ਹਾਂ ਜੀ ਇਹ ਵਿਅਕਤੀ ਕੁਝ ਰੱਬ ਨੂੰ ਵਰਖਲਾਫ ਦੀਆਂ ਗੱਲਾਂ ਕਰਦਾ। ਹਾਂ ਜੀ ਹਾਂ, ਬੜਾ ਬਹੁਤ ਪੁੱਠਾ ਜਿਹਾ ਬੋਲਦਾ। ਕਹਿੰਦੇ ਅੱਛਾ ਨਰਕਾਂ 'ਚ ਡਿੱਗੂ, ਬਹੁਤ ਮਾੜੀਆਂ ਜਨ ਪਊ। ਚਲੋ ਕਹਿੰਦਾ ਭਲਾ ਕਰਕੇ ਦੇਖੇ ਜੇ ਹੋ ਜਾਏ। ਬਜ਼ੁਰਗਾ ਕਿਸ ਨੂੰ ਪੁੱਛਦਾ? ਰੱਬ ਨੂੰ। ਹਾਂ ਹਾਂ, ਉਹਨੂੰ ਪੁੱਛਦਾ ਕੀ ਗੱਲ ਹੈ? ਮੈਂ ਪੋਤਰਿਆਂ ਦੋਤਰਿਆਂ ਵਾਲਾ ਸੀ, ਮੇਰਾ ਬੜਾ ਪਰਿਵਾਰ ਸੀ, 10-15 ਘਰ ਦੇ ਜੀ ਸੀ।
रब ने झाड़ू फेरता, सारा परिवार खत्म करता, मैं कल्ला ही हैं हाथ फो के खांदा है। अच्छा, वो परिवार दिता किन्ने से कितों आए, वो दिता उसने। अच्छा, तेन को नहीं वो मैनू की दिता, मेरे तो घर उजाड़ता, सफाई करते, बेला तो करता। अच्छा, तेन कोई नहीं इं कर, फिर जन तो नहीं दिता कुछ। आ दोए पैर सानू दे दे वढ़ के, सिरे बाकी रख ले वाड़ी, लै बई 2000 रुपया ले लै। लालची बूढ़ा माया भी कहता वो तो पैसे की खर सी, वो ना जी ना साधु, ये सौदा नहीं हो सकता। पैरा बगैर तुरांगा कि मैं, वो चल 4000 का ले लै, हाथ दे दे बट वो लोग बल्ले बल्ले पानी का घुट गराही पड़दा नाला किमें किलोगा। अच्छा, 8000 पहला नेत्र दे दे, ओहो नेत्रा तो बगैर मेरी क्रिया कौन। 10,000 ले लिया, सिर बढ़ के क्या मैं पैसे की करूँगा। एक एक अंग परमात्मा ने बड़ा कुछ सुन दिता, पर किते कर्मा मुताबक कर्म आप देख के करिए, चंगे काम करिए, जिस करके रब की खुशी हो, माड़े ना करिए, बदसा ना लईए, कर्म मिटता नहीं। बड़े बड़े भोगना पै गया, बड़े बड़े भोगना पैंदा है। आप भी कुछ चंगे कर्म कर लिए, जिमें के कर्म रेखा बहुत है, जैसा बीजे लूना फिर पढ़ना पैंदा। धृष्ट राष्ट्र कैरव कृष्ण भगवान पूछन लगे, भगवान जी एक ही गल हो गई, मेरे 100 बच्चे मेरे जोंदियां सामने मर गए, और मैं जमांदरू नेत्रहीन क्यों जमया। मैनू 100 पिछले जन्म का ज्ञान है वाकया का, ये जब मैं काम किया ही नहीं कदे। वो भगवान है, फिर भी 16 कला सपाना कृष्ण भगवान, वो कहता यूँ कर जरा कर, पिछला ज्ञान कोई जाता हो गया। हाँ जी, जेड़ा तेरा 107वां पिछला जन्म है ना पिछोकड़, ਉਹਦੇ ਵਿੱਚ ਜਿਹੜਾ ਬਿਰਤੀ ਟਿਕਾ ਕੇ ਦੇਖਿਆ, ਬੱਲੇ ਬੱਲੇ ਮਾਸਾਹਾਰੀ ਸੀ, ਰਾਜਾ ਸੀ, ਹੰਸ ਵਿਚਾਰੇ ਮੇਰਾ ਖੁੱਲ੍ਹਾ ਥਾਂ ਸੀ, ਕਮਰੇ ਵਿੱਚ ਖੁੱਲ੍ਹੇ ਥਾਂ ਵਿੱਚ ਬੱਚੇ ਦੇ ਗਏ। ਮੈਂ ਮਾਸਾਹਾਰੀ ਸੀ, ਮਾਂ ਤੋਂ ਬਗੈਰ ਰੋਟੀ ਚੰਗੀ ਨਹੀਂ ਲੱਗਦੀ ਸੀ। चढ़ी लागता हूँ लांगरे रख, मैं तो रोटी चंगी नहीं लगे, मेरा भूखा मर जाऊँगा, कोई मास का हिला कर मेरा। लांगरे ने बड़ा वड्या था, लांगरे ने वड्या वड्यो के वड्याए ने हाँ का बच्चा, और कोई चीज़ माड़ी खाते नहीं, हीरे मोती खाते, चीज़ बड़ा अच्छी चीज़ है, लागी स्वाद। कहते हैं जाड़ो खुश किते लांगरी ने कुपाएगा, 100 बच्चे ही खिलाता। हाँ साहिब बदसीस कहते चंगा, साढ़े 100 बच्चे जिन खाते, वो भी 100 पुत्र वो होंदे ही मर जान, शराब पाया होया तेरे ते। देखा बेचारे हाँ आ किते कर्म का 100 बच्चा मर गया। फिर वेख्या नेत्रहीन, छोटी उम्र है, तुरया फिरदा बाहर, हरे रंग का टेडा होंदा ना, लंबी लत्तां वाला, ये पकड़ लिया। छोटी किकर खड़ी सी, सूर तोड़ के उसके नेत्र भनते। कहते हाँ गलती तो हैगी, कहते गल ये की होगी।
ਮੇਰੇ ਜਿਹੜੇ ਇਹ ਮਾੜੇ ਕਰਮ ਸੀ, 1 ਲੱਖ ਤੋਂ ਹੁਣ ਦੁੱਖ ਦਿੱਤਾ, ਪਿਛਾ ਦਿੱਤਾ ਹੀ ਨਹੀਂ। ਜਿਵੇਂ ਟਿਕਟ ਲਈਏ ਸਟੇਸ਼ਨ 'ਤੇ, ਤਗੜਾ ਬੰਦਾ ਧੱਕ ਕੇ ਪਹਿਲਾਂ ਲੈ ਲੈਂਦਾ। ਇਸ ਤਰ੍ਹਾਂ ਜਿਹੜੇ ਚੰਗੇ ਕਰਮ ਅੱਛੇ ਸੁਰਗੁਣ ਕਰੇ ਆ, ਉਹ ਪਿਛਾ ਧੱਕੀ ਜਾਂਦੇ, ਪਾਪਾਂ ਨੂੰ ਪਿਛਾ ਧੱਕੀ ਜਾਂਦੇ। ਹੁਣ ਤਾਂ ਬਹੁਤ ਪੁੱਠਾ ਕੰਮ ਕੀਤਾ। ਪਾਂਡਵਾਂ ਨੂੰ ਦਾਖ ਦਾ ਮੰਦਰ ਬਣਾ ਕੇ ਧੋਖੇ ਨਾਲ ਸਾੜਨ ਲੱਗਾ ਸੀ, ਸਾੜਨ, ਔਰ ਆਪਦੇ ਨੇਤ ਪਰਮਾਤਮਾ ਨੇ ਬਚਾ ਲਏ। ਉਹਨਾਂ ਦਾ ਪੈ ਗਿਆ ਪਾਪ ਇੱਕਦਮ ਆਹ ਹੰਸਾਂ ਦੇ ਵਿੱਚ ਤਾਂ ਰਗੜਿਆ ਗਿਆ। ਇਸ ਕਰਕੇ ਜਿਹੜਾ ਕਰਮ ਹੈ ਉਹ ਤਾਂ ਫਿਰ ਭੋਗਣਾ ਚਾਹੀਦਾ। ਦੇਖ ਕੇ ਬਹੁਤ ਦ੍ਰਿਸ਼ਟਾਂਤ ਹਨ ਕਰਮਾਂ ਦੀ ਗਤੀ। ਅੱਜ ਤਾਂ ਪਾਪ ਕਰ ਮੁੱਕਰ ਪਾਏ, ਮੈਂ ਐਸਾ ਮੈਂ ਕਰ ਸਕਦਾ, ਮੈਨੂੰ ਇਉਂ, ਉਹ ਮੈਨੂੰ ਇਉਂ ਕਰਤਾ, ਰੱਬ ਨੇ ਇਉਂ ਕਰਤਾ। ਕਰਮ ਰੇਖਾ ਦੇਖੋ, ਜਿਵੇਂ ਕੋਈ ਪੰਡਤ ਹੈ, ਉਹ ਆਪਣੇ ਮਤ ਮੁਤਾਬਕ ਗੋਥੜੀ ਚੜ੍ਹ ਕੇ ਗੋ ਮੰਤਰ ਜਾਪ, ਗੋਤਰੀ ਦਾ ਗਾਇਤਰੀ ਦਾ ਜੋ ਉਹਨਾਂ ਦਾ ਮਤ ਹੈ, ਡਾਗਰ ਦੇ ਨੇੜੇ ਉਹ ਝੇੜੀ ਜਿਹਦੇ ਵਿੱਚ ਜਾਪ ਕਰਦਾ ਸੀ। ਗਊ ਨੂੰ ਕਸਾਈ ਦੁਸ਼ਟ ਆਤਮਾ ਬੋਚੜ ਖਾਂਡੇ ਦੀ ਤਰਫ ਲਈ ਜਾਂਦਾ ਸੀ। ਮੌਤ ਦੇ ਕਿਹੜਾ ਨਹੀਂ ਡਰਦਾ, ਭਾਵੇਂ ਟੇਢੀ ਜੂਨਾ ਉਹ ਵੀ ਬਚਣ ਦਾ ਪ੍ਰਯਤਨ ਕਰਦੀਆਂ। ਗਊ ਨੇ ਝਟਕਾ ਮਾਰਿਆ, ਰੱਸਾ ਹੱਥ ਵਿੱਚੋਂ ਨਿਕਲ ਗਿਆ, ਭੱਜੀ ਜਾ ਰਹੀ ਹੈ। ਇਹ ਤਪ ਕਰ ਰਿਹਾ ਪੰਡਤ, ਗੋਮੁਖੀ ਗਾਇਤਰੀ ਗੋਤਰੀ ਦਾ ਉੱਤੇ ਪੜ ਦੇ ਵਿੱਚ ਥੈਲੀ ਚਾੜੀ ਹੋਈ ਹੈ। ਜਪੀ ਤਪੀ ਜੀ ਭਜਨੀਕ ਜੀ ਗਊ ਦੇਖੀ ਹੈ, ਬੋਲਿਆ ਤਾਂ ਨਹੀਂ। 8 ਘੰਟੇ ਜਾਪ ਖਤਮ ਹੋ ਜਾਣਾ ਸੀ, ਨਸ਼ਟ। ਇਸ਼ਾਰਾ ਕਰਤਾ, ਇਸ਼ਾਰਾ ਕਰਕੇ ਵੱਟੇ ਦਾ ਸੱਟਾ ਹੈ, ਗਊ ਮਰਵਾਤੀ। ਫਿਰ ਅਗਾਂਹ ਬੜਾ ਦੂਰ ਤੱਕ ਵੱਟੇ ਦੇ ਸੱਟੇ ਹਨ। ਗਊ ਨੇ ਆਪਣਾ ਵੈਰ ਲੈਣਾ ਸੀ, ਇਹਨੇ ਦੇਣਾ ਸੀ। ਕਸਾਈ ਨੇ, ਜਿਹੜਾ ਕਸਾਈ ਹੈ ਕਿਸੇ ਰਾਜ ਦੇ ਘਰ ਵਿਖੇ ਜਾ ਰਾਜਯੋਗ ਮੁੰਡਾ ਹੋ ਕੇ ਜਾਂ ਪਿਆ, ਕੁੜੀ ਕਿਸੇ ਦੇ ਘਰ ਹੋਰ ਰਾਜ ਦੇ ਰਾਜ ਬੇਟੀ ਹੋ ਕੇ ਜਾਂ ਪਈ। ਇਹਨਾਂ ਦਾ ਆਪਸ ਵਿੱਚ ਸ਼ਗਨ ਹੋ ਗਿਆ, ਵਿਆਹ ਹੋ ਗਿਆ। ਉਸ ਵੇਲੇ ਚਰਵਾਣੇ ਲੁੱਚੇ ਬਦਮਾਸ਼ ਡੋਲੇ ਖੋਖਚ ਕਰਦੇ ਸਨ। ਬਰਾਤ ਵੀ ਵਿਆਹ ਦਾ ਮੁੰਡਾ ਵੀ ਹਥਿਆਰ ਲੈ ਕੇ ਜਾਂਦੇ ਸੀ। ਪੰਡਤ ਵਹਿਮੀ ਨੂੰ ਲੈਂਦੇ, ਪੰਡਤ ਵਹਿਮੀ ਲੋਕ, ਵਹਿਮ ਪਾਉਣ ਵਾਲੇ ਨੂੰ ਆਖਿਆ ਰਜਾਨ, ਇਸ ਵੇਲੇ ਸ਼ਗਨ ਅੱਛਾ ਨਹੀਂ, ਲਗਨ ਠੀਕ ਨਹੀਂ। ਜੇ ਨੂੰਹ ਨੂੰ ਘਰ ਲੈ ਕੇ ਜਾਊਗਾ, ਇਹਨਾਂ ਦੀ ਬਾਣੀ ਸਾਰੀ ਉਮਰ ਕੁੱਕੜਾਂ ਵਾਂਗ ਲੜਨਗੇ। ਤਾਰਾ ਬਟਾਓ ਰਾਜੇ ਕੋਈ ਕੱਚੇ ਤਾਂ ਹੁੰਦੇ ਹੈ, ਨਾ ਇਹ ਡਰਦੇ, ਨਾ ਪਾਪਾਂ ਤੋਂ ਡਰਦੇ। ਇਹ ਤਾਂ ਇੱਕ ਆਪਣੀ ਰਾਜ ਹਨ, ਪਾਪ ਆਫਰੇ ਰਹਿੰਦੇ, ਆਫਰੇ। ਇਹਨਾਂ ਨੂੰ ਕਿਹੜਾ ਗੱਲ ਸੁਣਨੀ ਹੈ ਕੋਈ ਧਾਰਮਿਕ ਚੀਜ਼, ਧਰਮ ਚੀਜ਼ ਪੜ੍ਹਨੀ ਵੀ ਨਹੀਂ। ਵਹਿਮ ਪੈ ਗਿਆ। ਵਜ਼ੀਰ ਤਾਰਾ ਪਟਾਣਾ ਕਹਿੰਦੇ, ਦੇਖੋ ਸਾਧੂ ਮਹਾਤਮਾ ਸਾਡੇ ਰਾਜ ਦੇ ਨੇੜੇ ਨਜ਼ਦੀਕ ਤਾਂ ਰਹਿੰਦਾ, ਰਾਜਧਾਨੀ ਦੇ ਸੇਵਾ ਕਰਦੇ ਆ ਗਏ, ਰਾਤ ਕੱਟਣੀ ਹੈ, ਕੱਟੋ ਜੀ ਜਿਵੇਂ ਮਰਜ਼ੀ। ਰਾਜ ਬੇਟੀ ਰਾਜ ਬੱਚੇ ਨੂੰ ਤਾਂ ਕਮਰਾ ਦੇ ਦਿੱਤਾ, ਜਿਹੜੇ ਜਾਂ ਸੀ ਖੁੱਲ੍ਹਾ ਜਿਹਾ ਕਮਰਾ ਦੇ ਦਿੱਤਾ। ਰਾਜ ਬੇਟਾ ਤੇ ਰਾਜ ਲੜਕੀ ਕਮਰੇ ਵਿੱਚ ਹਨ। ਉੱਪਰੀ ਥਾਂ ਰਾਜ ਬੇਟੇ ਨੂੰ ਨੀਂਦ ਨਹੀਂ ਪੈਂਦੀ। ਰਾਜ ਬੇਟਾ ਤਾਂ ਸੌਂ ਗਿਆ, ਘਰਾੜੇ ਮਾਰਨ ਲੱਗ ਪਿਆ। ਇਹ ਵੇਖਣ ਲੱਗੀ ਮੇਰੇ ਪਤੀ ਦਾ ਹਥਿਆਰ ਇਹੋ ਜਿਹਾ ਕਿੱਲੇ 'ਤੇ ਟੰਗਿਆ ਹੋਇਆ ਸੀ, ਕਟਾਰ
ਲਾਈਟ ਮੱਚਦੀ ਸੀ ਜਦੋਂ ਕੱਢੀ, ਬਹੁਤ ਤਿੱਖੀ ਚਮਕੀ, ਘਬਰਾ ਗਈ, ਹੱਥ ਵਿੱਚ ਕਟਾਰ ਨਿਕਲੀ, ਕਾਲਜਾ ਜਾ ਬਿਨਾਂ ਕਾਲਜੋਂ ਲੰਘੀ, ਖੂਨ ਚਰਬੀ ਹੇਠਾਂ ਛੱਪੜ ਜਾ ਲੱਗ ਗਿਆ, ਨੀਂਦ ਕੀ ਪੈਣੀ ਸੀ। ਰਾਜਾ ਆ ਗਿਆ, ਚਲੋ ਬੇਟਾ ਰਾਤਾਂ ਨਹੀਂ ਚਲੀਏ। ਇੰਨਾ ਅੰਦਰਲੀ ਕੁੰਡੀ ਦਾ ਖੋਲ੍ਹ ਕੇ ਦੇਖਿਆ, ਬੱਲੇ ਰਾਜੂ ਬੱਲੇ, ਓਏ ਉਹ ਕੀ ਹੋ ਗਿਆ, ਓਏ ਉਸ ਨੇ ਕੀ ਹੋਇਆ ਹੈ, ਸਭ ਤੋਂ ਝਾੜਦੇ ਹੋਏ ਸੀ ਝਾੜੂ, ਜਿਨਨੇ ਗਊ ਮਰਵਾਈ ਹੈ ਉਹੀ ਸਾਗ ਬਣਿਆ ਹੋਇਆ ਬੱਟੇ ਦਾ ਸੱਟਾ। ਇੰਨਾ ਇਸ਼ਾਰਾ ਕਰਤਾ, ਉਧਰ ਨੂੰ ਚੜ ਗਿਆ ਗੁੱਸਾ, बढ़ते हुए बोबरन बढ़ते हुए रौला पा गया। वजीर आ गए, वजीर सियाने होंगे, चेहरा मोहरा देखिया, चेहरा जा कहते घबराहट है नहीं, ਇਹਦਾ ਕੰਮ ਹੈ ਨਹੀਂ, ਪਾਸੇ ਕੀਤਾ ਥੋੜ੍ਹਾ ਜਿਹਾ। ਉਹ ਕਹਿੰਦੇ ਮੈਂ ਇਹ ਜੋ ਕਰ ਸਕਦਾ, ਜਨਮਾਂਤਰੋਂ ਮੈਂ ਸਾਧ ਹੈ, ਕਦੇ ਕੁੱਤੇ ਦੇ ਡਾਂਗ ਨਹੀਂ ਮਾਰੀ, ਮੱਛਰ ਖਾਈ, ਆਹ ਮੈਂ ਕਰ ਸਕਦਾ। ਆਖਣ ਲੱਗੇ ਰਾਜਾ ਗਈ ਚੀਜ਼ ਵਾਪਸ ਤਾਂ ਨਹੀਂ ਆ ਸਕਦੀ, ਉਹ ਤਾਂ ਗਿਆ ਸਾਧੂ ਹੈ, ਮਹਾਤਮਾ ਹੈ। ਜੇ ਸ਼ਰਾਬ ਦੇਤਾ ਪਰਿਵਾਰ ਨਾਟ ਰਾਜ ਨਾਟ ਨਾ ਹੋ ਜਾਵੇ, ਕੁਛ ਸਮਝ ਲੈ, ਵਿਚਾਰ ਕਰ ਲੈ, ਉਹ ਕੁਛ ਨਾ ਕੁਛ ਦੰਡ ਤਾਂ ਦਿਓ। ਕਹਿੰਦੇ ਮਾਈ ਭਾਈ ਦੀ ਸੱਜੀ ਬਾਂਹ ਕੰਮ ਕਰਦੀ, ਉਹ ਬਾਂਹ ਕਟਾਤੀ, ਆਹ ਸਜ਼ਾ ਮਿਲੀ। ਇਸ ਤਰ੍ਹਾਂ ਕਰਮ ਦੇਖ ਕੇ ਕਰਨਾ ਚਾਹੀਦਾ। ਕਰਮ ਇੱਕ ਬਹੁਤ ਵੱਡੀ ਚੀਜ਼ ਹੈ। ਚੰਗੇ ਕੰਮ ਕਰੋ, ਆਸ਼ੀਰਵਾਦਾਂ ਲਓ, ਬਖਸ਼ਿਸ਼ਾਂ ਨਾ ਲਓ। ਆਹ ਵੇਖ ਲਓ ਮਾੜੇ ਕਰਮ ਕਰਕੇ ਆ ਜੋਤੀਆਂ ਕੋਲ ਫਿਰੀ ਗਿਆ। ਕਿਸੇ ਨੇ ਆਖਿਆ ਸਮੁੰਦਰ ਦਾ ਗ੍ਰੰਥ ਹੈ, ਸਮੁੰਦਰ ਦਾ ਉਹ ਤਾਂ ਤਤਵਿਤ ਹੀ ਮਹਾਂਪੁਰਖ ਸਤਿਕਾਰਯੋਗ ਵਿਦਿਆਮਾਨ ਸੰਤ ਗਿਆਨੀ ਗੁਰੂ ਖਾਲਸਾ, ਉਹਨਾਂ ਨੇ ਪੜ੍ਹਿਆ ਹੋਇਆ ਸਮੁੰਦਰ ਦਾ। ਉਹਨਾਂ ਦਾ ਉਹ ਵੀ ਅਨੁਭਵ ਗਿਆਨ ਸੀਗਾ। ਉਹ ਆਉਣ ਵਾਲੇ ਸਮੇਂ ਦੀ ਝੱਟ ਗੱਲ ਦੱਸਦਾ ਸੀ। ਉੱਥੇ ਚਲਾ ਗਿਆ ਇਹ ਪੰਡਤ, ਤੁਰਨ ਫਿਰ ਗਿਆ ਸੀ ਬਾਹਰ, ਬੂਹਾ ਖੜਕਾਤਾ। ਘਰ ਵਾਲੀ, ਤੁਸੀਂ ਮਰਦੇ ਨਹੀਂ, ਮੌਤ ਨਹੀਂ ਪੈਂਦੀ, ਤੁਹਾਨੂੰ ਖੋਹ ਨਹੀਂ ਦੇਗਾ, ਡੁੱਬ ਕੇ ਮਰ ਜਾਓ। ਬੜੀ ਕੌੜੀ ਜਿਹੀ ਬੋਲੀ। ਉਹ ਕਹਿੰਦੇ ਇਹਦੀ ਕਲੈਣੀ ਜੀ ਸ਼ੇਰ ਨੇ ਜੀ ਬੰਦ ਕੀਤੀ ਘਰ ਵਿੱਚ। ਇਹਨਾਂ ਕੀ ਦੱਸਣਾ ਜੋਤ ਪਹਿਲਾਂ ਤਾਂ ਬੜੇ ਸਾਲ ਫਿਰ ਆ ਗਏ, ਉਹਨਾਂ ਦੇ ਹੱਥਾਂ 'ਤੇ ਚੁੱਕ ਲਿਆ, ਦੁੱਧ ਬੁਲਾਇਆ ਪੰਡਤ ਨੇ, ਆਓ ਸਾਧੂ ਮਹਾਤਮਾ ਜੀ। ਉਹ ਕਹਿੰਦੇ ਗੱਲ ਇੱਕ ਪੁੱਛਣੀ ਸੀ ਦੁੱਖ ਭਰੀ। ਹੁਣ ਦੋ ਗੱਲਾਂ ਪ੍ਰਸ਼ਨ ਪੁੱਛ ਲਏ। ਕਹਿੰਦੇ ਜਿੰਨੇ ਮਰਜ਼ੀ ਪੁੱਛੋ। ਪੁੱਛੇ ਵੀ ਆ ਨਿਰਦੋਸ਼ਾ, ਮੈਂ ਉਹ ਮੁੰਡਾ ਬਿਲਕੁਲ ਨਹੀਂ ਮਾਰਿਆ, ਮੇਰੇ ਗੱਲ ਪੈ ਗਈ। ਰੇਖਾ ਦੇਖੀ ਕਰਮ ਰੇਖਾ। ਕਹਿੰਦੇ ਨਹੀਂ, ਤੂੰ ਗਊ ਮਰਵਾਈ ਹੈ, ਤਾਂ ਕਰਕੇ ਇਹ ਕੁਝ ਹੋਇਆ ਹੈ। ਕਹਿੰਦੇ ਤੂੰ ਚੰਗਾ ਸਿਆਣਾ ਘਰ ਵਿੱਚ। ਕਹਿੰਦੇ ਮੈਂ ਪਿਛਾਂ ਕਾਂ ਹੁੰਦਾ ਸੀ, ਇਹ ਖੋਤੀ ਸੀ। ਇਹ ਲਾਂਗਾ ਲੱਗ ਗਿਆ, ਕੁਮਾਰ ਨੇ ਇਲਾਜ ਨਹੀਂ ਕਰਿਆ। ਮੈਂ ਰੋਜ਼ ਦਾ ਮਾਸ ਹੀ ਤੇ ਰੋਜ਼ ਮਾਸ ਖਾਣ ਦੇ ਅੱਕਾਂ ਦਾ ਸੀਗਾ। ਕੋਈ ਗੰਗਾ ਦਾ ਪ੍ਰਵਾਹ ਸੀ, ਕੋਈ ਸੰਗਤਾਂ ਇਸ਼ਨਾਨ ਕਰ ਲਈ ਸੀ, ਚੁੰਝ ਗੜ ਗਈ, ਨਿਕਲ ਰਹੀ ਸੀ, ਘਬਰਾ ਕੇ ਗੰਗਾ ਵਿੱਚ ਪੈ ਗਈ, ਮਰ ਗਈ। ਮੈਂ ਕਿਸੇ ਆ ਕਾਂਸੀ ਵਿੱਚ ਬ੍ਰਹਮ ਦੇ ਘਰ ਜਾਵਾਂ, ਇਹ ਬ੍ਰਹਮ ਦੀ ਕੁੜੀ ਕਿਤੇ ਇਉਂ ਲੈਣ ਦੇਣ ਦੇ ਦੂਰ ਤੱਕ ਬੜਾ ਕੁਝ ਹੁੰਦਾ। ਰੱਬ ਸਮਤ ਬਖਸ਼ੇ, ਸਾਨੂੰ ਬੁੱਧੀ ਬਖਸ਼ੇ, ਸਾ ਮਤ ਦਿਓ ਦਿਆਲ ਕਰੋ ਜਿਤ ਮੈਂ ਕਰਾਂਗਾ। ਕੋਈ ਚੰਗੀ ਮੱਤ ਲੈ ਲਈਏ, ਕੋਈ ਚੰਗੇ ਕੰਮ ਕਰ ਲਈਏ, ਛੱਡ ਦਿਓ ਜ਼ਹਿਰ, ਅਮਲ ਜ਼ਹਿਰ, ਸ਼ਰਾਬਾਂ ਜ਼ਹਿਰ, ਸੰਗਤ ਜ਼ਹਿਰ ਛੱਡ ਦਿਓ। ਮਨ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਤਨ ਮਨ ਤਾਂ ਸਭ ਗੁਰ ਕੋ ਹੁਕਮ ਮੰਨਿਆ ਪਾਈਐ।
ਨਸ਼ਾਵਰ ਕਰ ਦਈਏ। ਸਰੀਰ ਤਾਂ ਪੂਰਾ ਕੰਮ ਲਈਏ, ਜਪ ਤਪ ਕਰੀਏ, ਮਨ ਨੂੰ ਪੂਰਾ ਸੰਕਲਪ ਵਿਕਲਪ ਹੋਈ ਹੈ, ਮਨ का ਸੁਭਾਅ ਹੈ, ਆਦਤ ਹੈ, ਇਹਨੂੰ ਠੀਕ ਕਰ ਲਈਏ। ਸੁਰ ਤਾਲ ਵਿੱਚ ਲਈਏ, ਮਨ ਨੂੰ ਇਕਾਗਰ ਕਰੀਏ। ਜੇ ਮਨ ਇਕਾਗਰ ਹੋ ਗਿਆ, ਟਿਕ ਗਿਆ, ਜਿਵੇਂ ਮਹਾਂਪੁਰਖਾਂ ਨੇ ਕੀਤੇ ਹਨ, ਸਹਿਜ ਸਹਿਜ ਹੌਲੀ ਹੌਲੀ ਸਹਿਜ ਹੋ ਜੇ ਤਤ ਨਾ ਜਾਈ। ਸਹਿਜ ਸਹਿਜ ਮਨ ਕੀਆ ਧੀਰਾ, ਨੀ ਠੀਕ ਹੌਲੀ ਹੌਲੀ ਇਹਨੂੰ ਟਿਕਾਓ। ਜੇ ਮਨ ਟਿਕਿਆ ਕਰਕੇ ਸਾਵਧਾਨ ਕਰਜੇ ਜਾਪ ਕਰਾਂਗੇ, ਫਿਰ ਹੌਲੀ ਹੌਲੀ ਬੈਖਰੀ ਪਾਣੀ ਨਾਲ ਜਾਪ ਕਰੀਏ। ਪਹਿਲਾਂ ਬੈਖਰੀ ਬੋਲ ਚਾਲ, ਫਿਰ ਅੱਗੇ ਮਧਵਾ ਹੈ। ਪਹਿਲਾਂ ਬੋਲ ਚਾਲ ਰਸਨਾ ਨਾਲ ਜਾਪ ਕਰ ਲਈਏ। ਮਧਵਾ ਕੰਠ ਹੈ, ਇਹਦੇ ਵਿੱਚ ਆ ਜਾਂਦਾ ਹੈ, ਪਤਾ ਨਹੀਂ ਲੱਗਦਾ ਕੀ ਕਰ ਰਿਹਾ ਹੈ। ਇਹ ਤੋਂ ਅੱਗੇ ਨਭ ਆ ਜਾਂਦਾ ਅਰੜੀ ਦੇ ਵਿੱਚ, ਮਨ ਜਿੱਥੇ ਰਹਿ ਅਰੜੀ ਦੇ ਦਿਲ ਵਿੱਚ ਜਾਪ, ਇੱਥੇ ਫਿਰ ਚੰਗਾ ਜਾਪ ਹੁੰਦਾ ਹੈ। ਇਹ ਬੈਖਰੀ ਬਾਣੀ ਤੋਂ ਬਸੰਤੀ ਬਾਣੀ ਆ ਗਈ। ਅੱਗੇ ਇਸ ਤੋਂ 72,72,202 ਸਿਰ ਦੀਆਂ ਕੋਠੜੀਆਂ ਬਹੁਤ ਲੰਮੀਆਂ ਜਾਪ ਚੱਲਦਾ। ਪਰਾ ਬਾਣੀ ਜਿਹਨੂੰ ਕਹਿੰਦੇ, ਮਾਂ ਦੇ ਉਦਰ ਵਿੱਚ ਵੀ ਪਰਾ ਬਾਣੀ ਨਾਲ ਪਾਲਣਾ ਹੋ ਰਹੀ ਸੀ। ਇਹ 16 ਰੌਮ ਵਿੱਚ ਪਰਾ ਬਾਣੀ ਨਾਲ ਹੀ ਚਮੜ ਵਿੱਚ ਆ ਗਿਆ। ਚਮੜ ਚਾਣ ਤੋਂ 16 ਨੇ ਰੋਮ, ਗੁਰਮੁਖ ਰੋਮ ਰੋਮ ਹਰ ਧਿਆਵ ਹੈ। ਇਹ 16 ਨੀਰ ਰਸਨਾ ਬਣ ਜਾਂਦਾ। ਰਸਨਾ ਜੜ ਨਹੀਂ, ਚੇਤਨਤਾ ਹੀ ਬਣ ਜਾਂਦੇ। ਫਿਰ ਤਾਂ ਪੌਵਾਰਾਂ ਜਿਹਨਾਂ ਨੇ ਇਤਨਾ ਕੀਤਾ ਹੈ, ਸਰੀਰ ਤੋਂ ਕੰਮ ਲਿਆ ਸਾਵਧਾਨ, ਮਨ ਦੀ ਇਕਾਗਰਤਾ ਕਰਕੇ ਵੈਖਰੀ ਮਧਵਾ ਬਸੰਤੀ ਪਰਾ ਕਰਦਿਆਂ ਪੌਵਾਰਾਂ ਹੈ। ਸਰੀਰ ਵੀ ਸਫਲਾ, ਮਨ ਵੀ, ਇੰਦਰੀ ਵੀ ਸਫਲ ਹੈ। ਮਿਹਨਤ ਦੀ ਗੱਲ ਹੈ, ਅਭਿਆਸ ਦੀ ਗੱਲ ਹੈ। ਕੁਛ ਇਕਾਗਰਤਾ ਕਰਨੀ ਪਵੇ, ਕੁਛ ਪ੍ਰਯਤਨ ਕਰਨਾ ਪਵੇਗਾ। ਧਨ ਸਭ ਤਿਸ ਕਾ, ਧਨ ਵੀ ਰੱਬ ਦਾ ਹੀ ਹੈ, ਪੈਸੇ ਵੀ ਰੱਬ ਦੇ ਹੀ ਹੈ, ਉਹਦੀ ਬਖਸ਼ ਹੈ। ਜਿਵੇਂ ਹੇਮੂ ਬਾਣੀਆ ਜਾ ਹੋਇਆ ਹੇਮੂ, ਉਸਨੇ ਚਾਮੜੇ ਦੇ ਪੈਸੇ ਸੁਣ ਦੀ ਮੇਖ ਲਾ ਕੇ ਚਲਾਤਾ ਸੀ ਕੰਮ। ਅੰਗਰੇਜ਼ਾਂ ਨੇ ਕਾਗਜ਼ੇ ਬਣਾਤੇ। ਇਤਨਾ ਧਨ ਵੀ ਉਹਦਾ ਹੀ ਹੈ, ਅਕਾਲ ਪੁਰਖ ਦਾ ਹੀ ਹੈ। ਸੋਈ ਸੁਗੜ ਸੁਜਾਨੀ, ਸੋਈ ਉਹ ਸੁਗੜ ਬੜਾ ਸ੍ਰੇਸ਼ਟ ਹੈ, ਬੜਾ ਸ੍ਰੇਸ਼ਟ ਘਾੜਦਾ ਹੈ। ਬਹੁਤ ਰੰਗੇ ਭਾਤੀ ਕਰ ਜਿੱਥੇ ਮਾਇਆ ਜੇ ਨਾ ਭਾਈ ਦੇਖਿਆ, ਚਾਰ ਖਾਣੀਆਂ ਬਾਣੀਆਂ, ਬੜੀ ਸੇਠ ਘਾੜਦਾ ਹੈ। ਮੋਰ ਤਿੱਤਰ ਬੁੱਤਰ ਕਿਹੜੀ ਮੱਟੀ ਵਿੱਚ ਰੰਗੇ, ਕਾਂ ਕਾਲੇ ਕਰਤੇ, ਬਗਲੇ ਚਿੱਟੇ ਹੀ ਕਰਤੇ। ਨਾਨਾ ਪ੍ਰਕਾਰ ਦੇ ਰਫਤਾਰ ਗਫਤਾਰ ਦਸਤਾਰ ਇੰਨੀ ਸ੍ਰੇਸ਼ਟੀ ਹੈ। ਲੇਕਿਨ ਤਿੰਨ ਚੀਜ਼ਾਂ ਸਕੇ ਭੈਣ ਭਰਾ ਦੀ ਮਿਲਦੀਆਂ ਹੀ ਨਹੀਂ। ਰਫਤਾਰ ਦਸਤਾਰ, ਰਫਤਾਰ ਤੋੜ ਚਾਲ, ਕਦਮ। ਫੌਜੀਆਂ ਨੂੰ ਟ੍ਰੇਨਿੰਗ ਦੇ ਕੇ ਤਾਂ ਕਿਤੇ ਉਹ ਕਦਮ ਇੱਕ ਰਗ ਚੁੱਕਣਾ ਸਿਖਾਉਂਦੇ ਹਨ। ਅਤੇ ਗੁਪਤਾਰ ਬੋਲ ਚਾਲ ਸਕੀ ਭੈਣ ਉਹ ਜਿਹੀ ਹੈ ਨਹੀਂ ਕੋਈ ਮਿੱਠ ਬੋਲਾ, ਇੱਕ ਤੱਤਾ ਜਾ ਬਹੁਤ ਤੱਤੇ ਜੇ, ਇੱਕ ਬਹੁਤ ਮਿੱਠੜੇ ਜੇ ਦਸਤਾਰ ਪੱਗਾਂ। ਇਹੋ ਜਿਹੀ ਫਰਕ ਹੈ, ਕੋਈ ਕਿਸ ਤਰ੍ਹਾਂ ਦੀ, ਕੋਈ ਟੁੱਟੀਦਾਰ, ਕੋਈ ਹੋਰ।
ਇਹ ਮਿਲਦੇ ਹੀ ਨਹੀਂ। ਇੱਕੋ ਜਿਹੇ ਸਗੇ ਭਰਾ ਵੀ ਨਹੀਂ ਹੋ ਸਕਦੇ। ਬੋਲ ਚਾਲ ਵੀ ਸਰੀਰ ਦੇ ਵਿੱਚ ਵੀ ਫਰਕ ਹੁੰਦਾ। ਜਿਵੇਂ ਬੜੇ ਸੰਤ ਮਹਾਂਪੁਰਸ਼ ਜਿਹਨਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ, ਅੰਬਾਲਾ ਬੁੱਧੂ ਦਾ ਤਲਾ ਹੈ, ਮਹਾਂਪੁਰਖਾਂ ਦੇ ਬਹੁਤ ਜਲਦ ਗਏ, ਇਸ਼ਨਾਨ ਪਾਣ ਕੀਤਾ। ਦੋ ਜੋੜੇ ਸਗੇ ਭਰਾ ਸੰਤ ਬਣੇ ਹੋਏ, ਹਵਾ ਲਾਉਣ ਵਾਸਤੇ ਉਹਨਾਂ ਨੇ ਬਾਤ ਲਾ ਲਿਆ। ਗੁਰਦਿਆਲ ਸਿੰਘ ਜੀ ਆਖਣ ਲੱਗੇ, ਇਹ ਦੇਖੋ ਇੱਕੋ ਜਿਹੇ ਜੀ, ਕਿਹਦੇ ਸਗੇ ਭਰਾ? ਤੁਸੀਂ ਸਗੇ ਭਰਾ? ਹਾਂ ਜੀ ਹਾਂ। ਅੱਛਾ, ਇੱਕੋ ਜਿਹੇ ਆ? ਕਹਿੰਦੇ ਨਹੀਂ ਭਾਈ, ਕੋਈ ਨਾ ਕਿਸੇ ਜਿਹਾ ਪਾਇਆ ਨਹੀਂ। ਕਹਿੰਦੇ ਇਹ ਦੇਖ, ਇਹਦੀ ਸੱਜੀ ਬੱਖੀ ਤੇ ਲਸਣ ਹੈ, ਇਹਦਾ ਹੈ ਨਹੀਂ। ਇਤਨਾ ਪਰਮਾਤਮਾ ਸੋਈ ਸੁਗੜ ਸੁਜਾਨੀ, ਬੜਾ ਸ੍ਰੇਸ਼ਟ ਕਰ। ਸੁਜਾਨੀ ਜਾਣੀ ਜਾਣ ਹੈ। ਉਹ ਤਾਂ ਅੰਦਰ ਬੈਠਿਆ ਗਿਆਨ ਰੂਪ ਹੈ ਪਰਮਾਤਮਾ। ਉਹ ਸਾਰਾ ਕੁਝ ਜੋ ਕੁਝ ਹੋ ਰਿਹਾ ਕਰ ਰਿਹਾ, ਸਾਰਾ ਉਹਨੂੰ ਗਿਆਨ ਹੈ ਪਰਮਾਤਮਾ ਨੂੰ। ਸਾਡੇ ਹਾਲਾਤ ਸਾਰਾ ਕੁਝ ਜਾਣਦਾ, ਸਾਖੀ ਹੈ, ਸਾਡਾ ਅੰਦਰ ਸਾਖੀ ਹੈ। ਉਹਦੇ ਨਾਲ ਅੱਖਾਂ ਕੰਮ ਕਰ ਰਹੀਆਂ, ਹਰ ਕੁਝ ਅਣਕ ਪੜਦੇ ਮੈਂ ਕਮਾਇਓ ਫਿਰ ਮੈਂ ਪ੍ਰਗਟ ਹੋਇਆ। ਅੱਗੋਂ ਦੇਖਿਆ ਫਿਰ ਤੋਤੇ ਕਹਾਂ ਉਹ ਸੁਗੜ ਹੈ, ਸ੍ਰੇਸ਼ਟ ਹੈ, ਸੁਜਾਨੀ ਜਾਣੀ ਜਾਣ ਹੈ। ਸਾਡੇ ਮਰਮ ਸਾਰਾ ਕੁਝ ਜਾਣਦਾ ਪਰਮਾਤਮਾ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ, ਇਸ ਪਰਮਾਤਮਾ ਨੇ ਪੰਜਵੇਂ ਰਾਏ ਉੱਤਮ ਭਗਤ ਆਪ ਰਾਹੀਂ ਕਹਿ ਰਹੇ ਹਨ, ਸਿੱਖਿਆ ਸਾਨੂੰ ਦੇ ਰਹੇ ਹਨ। ਤਿਨ ਸੁਣਿਆ ਦੁੱਖ ਸੁਖ ਮੇਰਾ। ਅਰਜੋਈ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਦੁੱਖ ਦੀ ਨਿਵਰਤੀ ਕਰੋ, ਪਰਮਾਨੰਦ ਦੀ ਬਖਸ਼ ਕਰੋ। ਜਮਨ ਮਰਨ ਦੇ ਦੁੱਖ ਬਹੁਤ ਬੁਰੇ ਹਨ, ਮਾਵਾਂ ਦੇ ਉਦਰ ਵੀ ਲੱਗਣਾ ਬੜੇ ਦੁੱਖ ਹਨ। ਸੁੱਖ ਬਖਸ਼ੋ, ਜੋਨਾਂ ਦਾ ਚੱਕਰ ਮੇਟੋ, ਮਿਹਰ ਕਰੋ। ਅਰਦਾਸ ਕੀਤੀ, ਦੁੱਖ ਤਿਸਾ ਸੋਖ ਜਿਸਾ ਹੀ ਆਸ। ਰਾਜਾ ਚੱਕਰਵਰਤੀ ਆ ਹੈਗਾ, ਸੁੱਖ ਕਿਹਨੂੰ ਹੈ? ਯਾਰ ਦੇ ਨੂੰ ਬਿਜਲੀ ਲੱਗਾ ਸੋ ਆਉਂਦੇ ਜਰਮ ਦੀ ਜੰਗ ਵਿੱਚ ਸਾਰੇ ਦੁਖੀ ਹਨ। ਜੇ ਆਪਣੀ ਬੇਟਾ ਆਪਣੀ ਬੇਟਾ ਬਹੁਤ ਬਹੁਤ ਘਟਾਸੇ ਫੁੱਲਾ ਵਾਲੀ ਨਾਨਕ ਦੁਖੀਆ ਸਭ ਸੰਸਾਰ। ਕੋਈ ਤਨ ਦੁਖੀ, ਕੋਈ ਮਨ ਕੋਈ ਦੁਖੀ, ਕੋਈ ਤਨ ਦੁਖੀ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ। ਥੋੜੇ ਥੋੜੇ ਸਭ ਦੁਖੀ, ਸੁਖੀ ਨਾਨਕ ਦਾਸ। ਗੁਰ ਚਰਨ ਦਾ ਪੌਰਾ ਨਿਤਨੇਮੀ, ਨਿਮਰਤਾ ਸੰਯੁਕਤ, ਹੰਕਾਰ ਦੀ ਰਹਿਤ। ਬਹੁਤ ਸਾਸ ਨੇ ਪਾਇਆ ਸੇ ਬੜ ਭਾਗੀ। ਬਹੁਤ ਪੰਜ ਇੰਦਰੀ ਕਾ ਰਾਖਵਾਸ ਤਾਕੇ ਆਤਮਾ ਹੋਏ ਪ੍ਰਕਾਸ਼। ਅਸੀਂ ਪ੍ਰਕਾਸ਼, ਜਿਵੇਂ ਮਹਾਂਪੁਰਖਾਂ ਨੇ ਮਿਹਨਤ ਕਰਕੇ ਸਦਰ ਦੇ ਲੰਦੇ ਨਹੀਂ, ਇਸ ਪਾਸੇ ਲੱਗਦੇ ਨਹੀਂ। ਪੰਜ ਇੰਦਰੀ ਕਾ ਰਾਖੇ ਵਾਸ, ਕਰਮ ਇੰਦਰੀ ਹੈ, ਗਿਆਨ ਇੰਦਰੀ ਹੈ। ਨੇਤਰਾਂ ਦੇ ਪਾਰ ਰੂਪ ਤੋਂ ਹਟਾਈਏ, ਕੰਨਾਂ ਵਿੱਚੋਂ ਨਿੰਦਿਆ ਉਸ ਤੋਂ ਹਟੀਏ, ਰਸਨਾ ਤੋਂ ਸੁਆ ਖੇ ਜਾ ਕੇ ਤੋਂ ਹਟੀਏ, ਪੈਰਾਂ ਤੋਂ ਮਾੜੇ ਪਾਸੇ ਨਾ ਜਾਈਏ, ਹੱਥਾਂ ਨਾਲ ਕੋਈ ਚੋਰੀ ਠੱਗੀ ਨਾ ਕਰੀਏ। ਪੰਜ ਕਰਮ ਇਹਨਾਂ ਨੂੰ ਦਮਨ ਕਰੀਏ। ਪੰਜ ਇੰਦਰੀ ਰੱਖੇ ਉਹ ਤਾਕੇ ਆਤਮਾ ਹੋਏ ਪ੍ਰਕਾਸ਼। ਉਹ ਕੈਸਾ ਪ੍ਰਕਾਸ਼ ਹੈ? ਚੀਰ ਉਹ ਪ੍ਰਕਾਸ਼ ਕਈ ਤਰ੍ਹਾਂ ਦੇ ਮੰਨੇ। ਪ੍ਰਕਾਸ਼ ਜਿਹੜਾ ਬਾਹਰਲਾ ਪ੍ਰਕਾਸ਼ ਹੈ, ਤਾਰੇ ਚੰਦਰਮਾ ਬਿਜਲੀ ਅੱਗ, ਇਹ ਤਮੋ ਗੁਣੀ ਪ੍ਰਕਾਸ਼ ਹੈ। ਅਤੇ ਥੋੜਾ ਜਿਹਾ ਵਿਅਕਤੀ ਟਿਕੇ, ਥੋੜਾ ਜਿਹਾ ਕੇ ਵਿਅਕਤੀ ਥੋੜੀ ਜਿਹੀ ਟਿਕਣ ਤੋਂ ਸ਼ਬਦ ਕਰਕੇ ਟਿਕਦੀ ਹੈ। ਫਿਰ ਪ੍ਰਕਾਸ਼ ਜਿਹਾ ਹੁੰਦਾ,
ਉਹ ਥੋੜ੍ਹਾ ਜਿਹਾ ਉਹ ਜਠਰਾਗ ਲੱਗ ਗਿਆ ਸਾਡੇ ਅੰਦਰ ਜਾਂ ਹਿਰਨ ਗਰਭਦਾ ਹੈ। ਬਾਹਲੀ ਬਿਰਤੀ ਟਕਾਈ ਅੱਗ ਕਰੀਏ ਸਾਵਧਾਨ ਪੱਕਾ ਕਰੀਏ। ਮਨ ਨੂੰ ਬੇਲੀ ਹੈ ਨਿਰਵਕਾ ਸਮਾਧੀ ਸ਼ਬਦ ਦੁਆਰਾ ਉਹ ਹੁੰਦਾ ਅਪਰੋਖ ਗਿਆਨ। ਜਿੱਥੇ ਅਪਰੋਖ ਗਿਆਨ ਹੈ ਉੱਥੇ ਫਿਰ ਚਿਲ ਮਿਲ ਚਿਲਕੈ ਚਾਂਦਨਾ ਤਾਰਾ ਸੁਰ ਕੀ ਬੀਲ ਨਹੀਂ ਗਾ ਨਾਰਾ ਕਥੀ ਕਥਾ ਚਿਰ ਪੂਰਿਆ ਮਨ ਉੱਥੇ ਚੰਦਰਮਾਏ ਧਾਤਮ ਗੁਣੀ ਹਨ। ਅੰਤਰਮੁਖ ਬਿਰਤੀ ਨਿਰਵਕਲਕ ਚਿੱਤ ਇਕਾਗਰ ਹੋਣ ਤੋਂ ਉਹ ਫਿਰ ਪ੍ਰਕਾਸ਼ ਹੁੰਦਾ ਹੈ। ਉੱਥੇ ਤੋ ਬਿਦ ਨੀਕੀ ਖਟਾਨੀ। ਇਹ ਵਿਦ ਸੰਸਾਰ ਦੁੱਖ ਦੀ ਨਿਵਰਤੀ ਪਰਮਾਨੰਦ ਦੀ ਪ੍ਰਾਪਤੀ। ਬੜੇ ਦੁੱਖ ਹਨ। ਮਾਂ ਦੇ ਉਦਰ ਦੇ 9-10 ਮਹੀਨੇ ਬਾਹਰ ਆਉਂਦੇ ਜਿਵੇਂ ਜਦਰੇ ਤੱਕ ਬਹੁਤ ਦੁੱਖ ਹੈ। ਬਾਲ ਬਾਲ ਦੇ ਬੜੇ ਤੇ ਬੜੇ ਦੁੱਖ ਹਨ। ਜਵਾਨੀ ਵਿੱਚ ਆ ਕਲਾਮ ਚਿਮੜ ਜਾਂਦਾ ਬਲਾ ਪ੍ਰੇਤ ਬੜੇ ਪਾ ਝੋਰੇ ਹੋ ਜਾਂਦੇ। ਝੋਰੇ 'ਚ ਵੱਡੇ ਪਵੇ ਤਾਂ ਇੰਦਰੇ ਕੰਮ ਨਹੀਂ ਕਰਦੇ। ਸਾਰੇ ਦੁੱਖ ਦਾ ਅੱਡਾ ਹੈ। ਮੌਤ ਦਾ ਦੁੱਖ ਤਾਂ ਬਹੁਤ ਵੱਡਾ ਹੈ। ਜਿੰਦਨ ਮਾਨੋ ਕੱਢਿਆ ਹੱਡਾਂ ਕੋ ਕੜਕਾਏ। ਇਹ ਤਾਂ ਦੁੱਖ ਬਹੁਤ ਹੈ। ਪਰ ਆਪਾਂ ਬੇਪਰਵਾਹੀ ਇਹ ਦੁੱਖ ਦੀ ਨਿਵਰਤੀ ਕਰਨਾ ਨਹੀਂ ਚਾਹੁੰਦੇ। ਜਿਵੇਂ ਕਿ ਉਹਦੇ ਸੰਤ 70 ਮਹਾਤਮਾ ਹੋਏ ਮਹਾਂਪੁਰਖ 5-5-7 ਸਗਲ ਸਾਹਿਬ ਦੇ ਪਾਠ ਕਰਦੇ ਹੁੰਦੇ ਸੀਗੇ। ਆਖਰ ਕੇ ਪ੍ਰੇਮੀਓ ਅਸੀਂ ਹੁਣ 5 ਪਾਉ ਸਰੀਰ ਛੱਡ ਉਹਦੇ ਤਾਂ ਚੰਗੇ ਭਲੇ ਆ। ਉਹ ਮੌਤ ਦਾ ਡਰ ਤਾਂ ਪਲੱਤਣ ਬੋਲ ਨਹੀਂ ਹੁੰਦਾ। ਉਹ ਕਹਿੰਦੇ ਮਹਾਰਾਜ ਦੀ ਕਿਰਪਾ ਸੁਖਮਨੀ ਸਾਹਿਬ ਦੇ ਪਾਠ ਉਹਨਾਂ ਦੀ ਬਰਕਤ ਸਾਨੂੰ ਅੰਤਰ ਆਤਮਾ ਗਿਆਨ ਹੈ। ਉਹ ਪ੍ਰਕਾਸ਼ ਹੈ। ਉੱਥੇ ਦੁੱਖ ਸੁੱਖ ਕੋਈ ਸੰਮੁਖ ਹਨ। ਪੀੜ ਸੰਗੀੜ ਹੈ ਨਹੀਂ। ਅਵਸਥਾ ਅੰਤਰ ਆਤਮਾ ਅਸੀਂ ਟਿਕੇ ਹੋਏ ਇਕਾਗਰਤਾ ਹੈ ਗਿਆਨ ਹੈ ਕੁਝ। ਸਾਨੂੰ ਤਾਂ ਦੱਸੋ ਕਹਿੰਦੇ ਬਹੁਤ ਜ਼ਿਆਦਾ ਦੁੱਖ ਹੈ। ਕਾਲਾ ਚੋ ਬਿੱਛੂ ਪਹਾੜਾਂ ਵਿੱਚ ਰਹਿ ਕਾਲਾ ਚੋ ਬੜਾ ਜ਼ਹਿਰੀਲਾ ਹੁੰਦਾ। ਕੋਈ ਰਸਾਇਣ ਸੁਣਦੀ ਬਣਾਉਣ ਵਾਸਤੇ ਜਾਂ ਪਾਰਾ ਪੂਰਾ ਜਾਂ ਮਾਰਨ ਵਾਸਤੇ ਇਹੋ ਜਿਹੇ ਵੈਲ ਜਿਹੇ ਉਹ ਦੇਖਦੇ ਰਹਿੰਦੇ ਦੂਰ ਬੈਠ ਕੇ। ਜਦੋਂ ਦੇਖਦੇ ਆਹ ਬਿੱਛੂ ਇੱਥੇ ਹੈ ਉਹ ਮੂਹਰੇ ਸਿਲਾ ਪੱਥਰਾਂ ਕੇ ਮੇਰਾ ਗੁਫਾ ਕਿਨਾਂ ਲਾ ਗੁੱਸੇ ਆ ਕੇ ਮਾਰਦੇ ਡੰਗ। ਦੇਖ ਲਓ ਭਾਸ਼ਣ ਕਰਦੇ ਆ ਫੂਕ ਦਿੰਦੇ ਆ। ਸੁਆਹ ਬਣਾਉਣ ਦੇ ਪੱਥਰ ਨੂੰ ਇੱਕ ਬਿੱਛੂ ਹੀ 70,000 ਬਿੱਛੂ ਇੱਕ ਵਾਰ ਡੰਗ ਮਾਰਨ ਇੰਨਾ ਮੌਤ ਦਾ ਪੁੰਨੀ ਦਾਨੀ 4 ਕੜੀਆਂ ਨੂੰ ਪਤਾ ਲੱਗ ਕਿੱਧਰ ਜਾਣਾ ਕੀ ਇਹ ਹਾਲਤ ਹੈ। ਮਹਾਰਾਜ ਸਾਨੂੰ ਸਮਤ ਬਖਸ਼ੇ। ਜਾਨਵਰ ਪਤਾ ਨਹੀਂ ਕਿੰਨੇ ਚੱਕਰਾਂ ਹਾਲੇ ਵੀ ਕੋ ਸਮਝ ਨਹੀਂ ਰਹੇ। ਹਾਲੇ ਕੋਈ ਜਪ ਤਪ ਕਰਕੇ ਸੁਧਾਰ ਨਹੀਂ ਕਰ ਰਹੇ। ਬਹੁਤ ਵੱਡੀ ਮੌਲਿਕ ਚੀਜ਼ ਹੈ। ਕੋਈ ਲਾਭ ਲੈ ਲਈਏ ਬਹੁਤ ਮਾੜੇ ਹਨ। ਜਾਂ ਆਮ ਤੌਰ 'ਤੇ ਇਹ ਬੇਰੀਆਂ ਕੰਡੇ ਵਾਲੀ ਝਾੜੀਆਂ ਜੀ ਹੁੰਦੀਆਂ ਇਹਨਾਂ ਨੂੰ ਉੱਤੇ 'ਤੇ ਕੱਟ ਕੇ ਗੋਲ ਮੋਲ ਜੀ ਕਰਕੇ ਮੂੰਹ ਪਾਣੀ ਕੱਢ ਕੇ ਲੈਟ ਡਰਾਈ ਕੱਢੀਏ। ਦੇਖ ਲਓ ਕਿੰਨਾ ਦੁੱਖ ਹੋਏਗਾ। ਇੰਨਾ ਮੌਤ ਦਾ ਦੁੱਖ ਹੈ ਬਹੁਤ ਦੁੱਖ ਹੈ। ਸਮਤ ਬਖਸ਼ੇ ਏਕ ਬੂੰਦ ਅੰਮ੍ਰਿਤ ਅਟਲ ਨਾ ਮੁਆ। ਬਹੁਤ ਬੜੀ ਚੀਜ਼ ਹੈ। ਘਾਟੇ ਥੋੜ੍ਹਾ ਬਹੁਤ ਹਨ ਬਹੁਤ। ਉਹ ਰੋਈ ਜਾਂਦੇ ਅਸੀਂ ਪੇੜ ਲਾਦੇ ਹੋ ਗਏ ਜੀ ਹੋ ਗਿਆ। ਕਲਾ ਧਾਰੀ ਵੇਦਵਾਨ ਕਲਾ ਧਾਰੀ ਹੋਇਆ ਵੇਦ ਦੀ ਕਲਾ ਧਾਰੀ ਗੁਰੂ ਨਾਨਕ ਦੇਵ ਪਾਸ ਵਿੱਚ ਆ ਗਿਆ। ਬਗੌਰ ਸਾਹਿਬ ਚੌਪਈ ਦੇ ਮਹਾਰਾਜ ਨੇ ਰੱਖਿਆ ਕਰਨ ਵਾਲੇ ਫਲ ਦੇ ਚੌਪਈ ਜੋ ਅੱਜ ਪੜ੍ਹੀ ਦੀ ਉਚਾਰਨ ਕੀਤੀ ਉੱਥੇ
ਆ ਬੇਨਤੀ ਕੀਤੀ, ਮਹਾਰਾਜ ਬੇਦਵੰਸ ਕੱਢ ਗਏ। ਕਹਿੰਦੇ ਦੇਖੋ ਸੋਢੀਆਂ ਵਿੱਚ ਅੰਬ ਕੇ ਨੇ, ਤੇਨਾਂ ਵਿੱਚੋਂ ਅੰਬ ਕੇ ਨਾ ਛਕ ਲਿਆ, ਭਾਲਿਆਂ ਵਿੱਚੋਂ ਅੰਬ ਕੇ ਨਾ ਛਕਿਆ, ਤੁਹਾਡੇ ਕਿਸੇ ਨੇ ਛਕਿਆ ਹੀ ਨਹੀਂ, ਆਪੇ ਖੜਨੀ ਸੀ। ਅੱਜ ਕੱਲ੍ਹ ਵੀ ਬੜੀ ਘੱਟ ਔਜਲਾਂ ਆਉਂਦੀਆਂ, ਉਹ ਕੋਈ ਕੁੜੀ ਹੈ ਜਾਂ ਪਵੇ ਬੜਾ ਕੁਝ, ਹੁਣ ਤਾਂ ਉਹ ਰੱਬ ਦੇ ਵਾਸਤੇ ਤੇ ਦਾਤਾਂ ਇਹ, ਪਰ ਇਹਦਾ ਪ੍ਰਯਤਨ ਤਾਂ ਕਰਦੇ ਹੈ ਨਹੀਂ। ਉਹ ਕਹਿੰਦੇ ਅੰਮ੍ਰਿਤ ਛਕ ਲੈ, ਚੱਲ ਤੂੰ ਕੁਲ ਬੰਸ ਘਰ ਦਾ ਚਿਰਾਗ। ਉਹ ਮੈਂ ਜਿਵੇਂ ਅੱਜ ਕੱਲ੍ਹ ਵੀਰ ਕਰਦੇ ਬਹੁਤ ਤਰਲੇ, ਬੁੱਢਾ ਹੋ ਗਿਆ, ਉਹ ਮੇਰੇ ਤੋਂ ਹੁਣ ਕਿੱਥੇ ਪੁੱਗਣਾ, ਮੈਂ ਇਸ਼ਨਾਨ ਪਾਣ ਹੁਣ ਕਿਵੇਂ ਕਰ ਸਕਦਾ, ਬੜਾ ਤਰਲੇ 'ਚ ਲੈਣ ਮੰਨਿਆ ਨੇ। ਉਹ ਜਾਂ ਪਰ ਮਹਾਰਾਜ ਮੇਰੇ ਮੁੰਡੇ ਨੂੰ ਛਕਾ ਦਿਓ। ਕਹਿੰਦੇ ਤੂੰ ਸਾਡੇ ਸਿੰਘਾਂ ਕੋਲ ਨਹੀਂ ਛਕਦਾ, ਪਛੜੀਆਂ ਸ਼੍ਰੇਣੀਆਂ ਜਦੋਂ ਛਕਾਣਗੇ ਉਦੋਂ ਤੂੰ ਛਕੂਗਾ। ਫਿਰ ਵੀ ਨਹੀਂ ਹਟਿਆ। ਇਹਦਾ ਮੁੰਡਾ ਅਜੀਤ ਸਿੰਘ ਸੀ। ਕਹਿੰਦੇ ਚੰਗਾ, ਉਹਨੇ ਅੰਮ੍ਰਿਤ ਛਕ ਲਿਆ। ਕਹਿੰਦੇ ਹਾਂ ਕਰੋ, ਹੋਏਗਾ। ਆਪੇ ਬਖਸ਼ ਕਰਤੀ। ਉਹਦਾ ਸਾਹਿਬ ਸਿੰਘ ਨਾਮ ਰੱਖਣਾ, ਸਾਹਿਬ ਸਿੰਘ ਦੇਖ ਲਓ, ਫਿਰ ਬੇਦਵਾਨ ਸਾਹਿਬ ਸਿੰਘ ਹੋਇਆ। ਆਹ ਮੁੰਡ ਜੇ ਪੋਲੇ ਜੇ ਆਹ ਲੱਕੜਾਂ ਦੇ ਰੋਲੇਟਾਂ ਪਾ ਕੇ ਮਿੱਟੀ ਬਰੂਦ ਪਾ ਕੇ ਤੋਪਾਂ ਚਲਾਉਂਦਾ ਰਿਹਾ। ਘਾਟਾਂ ਹੈਗੀਆਂ, ਪਰ ਅੱਗੇ ਰੱਬ ਦੀ ਵਾਸਤੇ ਦਾਤ ਹੈ, ਦਾਤ ਰੱਖੀ ਹੱਥਾਂ ਵਿੱਚ, ਜਿਸ ਪਾਵੇ ਤੇ ਦੇ ਆ ਰੱਬ ਦੇ ਹੱਥ ਵਿੱਚ ਹੈ। ਪਰ ਇਸ ਪਾਸੇ ਉਹ ਲੱਗੀਏ ਤਾਂ ਸਹੀ, ਪਰ ਅੰਮ੍ਰਿਤ ਛਕਣਾ ਇੱਕ ਰਾਸਤਾ ਖੁੱਲ੍ਹਦਾ ਹੈ, ਇੱਕ ਸਾਫ ਰਾਸਤਾ ਪੱਧ ਰਸਤਾ ਹੈ। ਕਮਾਈ ਕਰਕੇ ਪੁੱਜਣਾ ਆਪਣੇ ਵਸਗਤ ਹੈ। ਅੰਮ੍ਰਿਤ ਦਾ ਵਾਟਾ, 5 ਪਿਆਰੇ ਆਏ ਰਾਤ ਦੇ, ਕਿਰਪਾ ਹੋ ਰਹੀ ਹੈ। ਕਕਾਰ ਵੀ ਆ ਗਏ ਹੋਣੇ ਜਿੱਥੇ ਅੱਗੇ ਲੱਗਦੇ ਹੈ। ਕਿਰਪਾਨਾਂ ਭਿੰਡਰਾਂ ਵਾਲੀ ਸਾਰਾ ਕੁਝ ਮਹਾਰਾਜ ਦੀ ਕਿਰਪਾ ਹੈ। ਦੁਕਾਨਾਂ ਆ ਸਕਦੀਆਂ ਬਾਹਰੋਂ ਵੀ, ਸਟੀਲ ਕਿਰਪਾਨ ਚੱਲਣੀ ਬਿਲਕੁਲ ਨਾ, ਕੜਾ ਸਟੀਲ ਦਾ ਕੋਈ ਗਲਤੀ ਨਾ ਕਰ ਬੈਠਿਓ। ਕਿਰਪਾਨ ਖਰੀਦ ਕੇ ਸਟੀਲ ਦੀ ਚੱਲਣੀ ਨਹੀਂ, ਨਾ ਕੜਾ ਚੱਲਣਾ। 5 ਪਿਆਰਿਆਂ ਨਾਲ ਪ੍ਰੇਮ ਦੇ ਨਾਲ ਲਗੇ ਰੇਟ ਮੁਤਾਬਕ ਸੇਵਾ ਹੀ ਕਰਦਾ ਹੈ। ਕਕਾਰ ਆ ਚੁੱਕੇ, ਪ੍ਰੇਮ ਲਾਓ, ਨਾਲ ਲੈ ਲਓ। ਉਹ ਕਹਿੰਦੇ ਕਛਹਿਰੇ ਨੇ, ਹੁਣ ਕਛਹਿਰੇ ਵੀ ਆਏ ਹੋਏ ਆ, ਕਿਰਪਾਨਾਂ ਵੀ ਆਈ ਹੋਈਆਂ ਹਨ। ਹਾਲੇ ਹੈਗਾ ਟਾਈਮ, 2-3 ਘੰਟੇ। ਮਨ ਠੀਕ ਕਰ ਲਓ। ਮਨ ਕੇ ਮਤੇ ਨਾ ਚਾਲਿਆ, ਮਨ ਕੇ ਮਤੇ ਮਨ ਕੇ ਮਾਰੇ ਮਰ। ਕਾਜੀ ਮੁੱਲਾ ਮਨ ਮਰ ਜਾ, ਬਗਲੋ ਰਹਿ ਜਾ, ਨਿਤ ਸਿਆਪੇ ਤੇਰੇ ਹੁਣ ਤਾਂ ਟਿਕੇ ਬਹਿ ਜਾ। ਇਹ ਮਨ ਦੀ ਬੜੀ ਧੌਣੀ ਹੈ। ਇਸ ਮਨ ਨੇ ਬੜੇ ਬੜੇ ਜਾਜੇ ਗਾਲ ਤੇ ਭਾਈ ਤਾਰੂ ਦਾ ਕੀ ਦੋਸ਼ ਸੀ? ਬਹਾਦਰ ਖਾਨ ਨੇ ਜ਼ਾਲਮ ਨੇ ਕੀ ਕੀਤਾ? ਮਨ ਦੇ ਮਤੇ ਚੱਲਣ ਵਾਲਾ ਕੁਝ ਨਹੀਂ ਕਰ ਸਕਦਾ, ਕੁਝ ਨਹੀਂ ਬਣ ਸਕਦਾ। ਆਪਾਂ ਕੋ ਮਨ ਨੂੰ ਸਮਝਾਈਏ, ਸਮਝ ਤੋਂ ਹੀ ਸਮਝੂਗਾ। ਸਿਆਪਾ ਕਰੀਏ, ਮਨ ਮਰ ਜਾ। ਬੜੇ ਜੋਨਾ ਜਗਰ ਬੜਾ ਪੁੱਠਾ ਖਿਲਾਇਆ ਤੂੰ, ਬੜਾ ਕੁੱਖ ਸੰਗਤ ਵੀ ਬੜਾ ਕੁ ਕਰਾਤਾ ਕੋ ਤਾਂ ਕੋਈ ਹੋ ਰਿਹਾ। ਟਿਕ ਜਾ, ਹਟ ਜਾ, ਚੰਗੇ ਪਾਸੇ ਲੱਗ ਜਾ। ਇਹਦਾ ਸਿਆਪਾ ਕਰੇਗਾ ਸਿਆਪਾ। ਮਾਣੇ ਨਾਲ ਸਦਮਾਨ ਝਗੜਾ। ਸਾਧੂ ਮਹਾਤਮਾ ਕਿਸੇ ਨਾਲ ਲੜਦੇ ਦੇਖੇ, ਬੋਲਦੇ ਦੇਖੇ, ਉਹ ਮਨ ਨਾਲ ਜ਼ਰੂਰ ਮਨ ਮਰ ਜਾ। ਇਹਨੂੰ ਬੜਾ ਤਾੜਦੇ हैं, ਇਹਨੂੰ ਬੜਾ ਸਮਝਾਉਂਦੇ हैं, ਕਾਬੂ ਵੀ ਕਰ ਲੈਂਦੇ, ਜਿੱਤ ਵੀ ਲੈਂਦੇ। ਮਨ ਜਿੱਤ ਹੁੰਦੇ, ਮਨ ਜੀਤਾ ਜਗ ਜੀਤ। ਮਨ ਰਿਪ ਜੀਤਾ ਸਭ ਰਿਜਤਾ, ਮਨ ਰਿਪ ਜੀਤਾ ਸਭ ਰਿਪ ਜੀਤਾ। ਜਦੋਂ ਮਨ ਹਾਵੀ ਹੈ, ਬੈਰ ਭਾਗ ਲਈ ਬੜੇ ਉਤਰਦੇ ਹੈ। ਜਦੋਂ ਮਨ ਵੈਰੇ ਨੂੰ ਜਿੱਤ ਲਿਆ, ਦੂਜੇ ਕਹਿੰਦੇ ਨਹੀਂ, ਕਹਿੰਦੇ ਹੁਣ ਤਾਂ ਬਹੁਤ ਸਭ ਬਣ ਗਿਆ ਭਜ ਗਏ। ਤਾਂ ਕਰਕੇ ਅੰਬ ਦਾ ਵਾਟਾ ਤਿਆਰੇ ਹੋਣਾ, ਕਿੰਨੀਆਂ ਲੌ ਸਮੇਟਾ, ਬੜਾ ਕੁਝ ਹੋ ਰਿਹਾ। ਕੀਰਤਨ ਇਹ ਵੀ ਬਹੁਤ
ਅੰਮ੍ਰਿਤ ਦੀ ਸਾਰ ਸੋਈ ਬੜੇ ਕੋ ਪੜ੍ਹਦੇ ਹਾਂ। ਇੰਨਾ ਕੁਝ ਹੁੰਦੇ ਹੋਏ ਵੀ, ਸੁਣ ਕੇ ਵੀ, ਜੇ ਆਪਾਂ ਨਾ ਹੁਣ ਕੋ ਉਦਮ ਕਰਾਂਗੇ ਫਿਰ ਦੇਖ ਲਓ ਕਰਮ ਰੇਖਾ ਸਾਡੀ ਕੀ ਕਰੇਗੀ। ਪਰਮਾਤਮਾ ਸੱਚੇ ਪਾਤਸ਼ਾਹ ਅੱਗੇ ਇਉਂ ਨਹੀਂ ਕਹੀਦਾ ਮੈਂ ਛਕਾਂਗਾ ਦੇਖਾ, ਇਉਂ ਰੱਖਾਂਗਾ, ਉਹ ਇਉਂ ਨਹੀਂ ਕਹੀਦਾ। ਜਦੋਂ ਮੈਂ ਛਕਾਂਗਾ ਕੋਈ ਉਂਗਲੀ ਕਰੇ ਮੇਰੇ ਵੱਲ, ਮੈਂ ਇਉਂ ਕਰਾਂਗਾ, ਉਹ ਇਉਂ ਨਹੀਂ ਕਹੀਦਾ। ਇੱਕ ਹੈ ਸੀ ਇਹੋ ਜਿਹਾ 3 ਵਾਰ ਅੰਮ੍ਰਿਤ ਛਕਿਆ, ਖੰਡਨ ਕਦੇ ਜੋੜ ਕਦੇ ਕੁਝ, ਇਉਂ ਨਹੀਂ ਕਹੀਦਾ। ਮਹਾਰਾਜ ਆਪਦੀ ਕਿਰਪਾ ਸਦਕਾ ਅੰਮ੍ਰਿਤ ਛਕਲ ਦਾ ਰਹਿਤ ਤੁਸੀਂ ਰਖਾਣੀ ਹੈ, ਰਹਿਤ ਤੁਹਾਡੀ ਹੈ। ਅਰਦਾਸ ਕਰਕੇ ਲੱਗੀਦਾ ਕੋਈ ਨਹੀਂ, ਇਉਂ ਹੋ ਜਾਓ, ਇਉਂ ਹੋ ਜਾਓ। ਕੱਚਾ ਤੱਕ ਹੈ, ਕੱਚੀ ਵਾਂਗ ਹੈ, ਕੱਚੀ ਵੈਲੀ ਹੈ, ਠੋਸ ਚੀਜ਼ ਹੈ, ਮਜ਼ਬੂਤ ਚੀਜ਼ ਹੈ। ਜੀ ਕੀ ਏਕੈ ਹੀ ਪਹਿਮਾਨੀ। ਆ ਕੋਈ ਮਮਾਨੀ ਪਰਉਣਚਾਰੀ ਕਹਿੰਦੇ ਨਹੀਂ, ਹਿਰਦੇ ਦੀ ਭਾਵਨਾ ਇੱਕ ਜਿਹਦੇ ਕੋਲ ਦੁੱਖ ਸੁੱਖ ਹੈ, ਮੰਨੀ ਗਈ, ਮੰਨ ਲਈ। ਦੁੱਖ ਦੀ ਨਿਵਰਤੀ ਗਿਆਨ ਜਨ ਦੀ, ਆਤਮਾ ਸੁਖ ਦੀ ਪ੍ਰਾਪਤੀ ਸੁਖ ਸਰੂਪ ਦੀ ਹੋਗੀ। ਅਵਰ ਜਤਨ ਕਰ ਰਹੇ ਬੋ ਤੇਰੇ। ਜਿਹਨੇ ਨੇ ਭਾਣਾ ਮੰਨਿਆ ਹੀ ਨਹੀਂ, ਗੁਰੂ ਤੇਰਾ ਭਾਣਾ ਪਾਇਆ, ਭਾਣਾ ਮੰਨਣਾ ਮਿਲਾ ਤੁਦਾਏ। ਪਾਣੀ ਜਿਹੜਾ ਹੋਰਦਾ ਤੇ ਸੱਚ ਆਖ ਸੁਣਾਵੇ। ਭਾਣਾ ਇੱਕ ਬਹੁਤ ਬੜੀ ਚੀਜ਼ ਹੈ। ਰੱਬ ਦੀ ਰਜਾ ਰਜਾਵਾਨ ਨਾਲ ਬਹੁਤ ਚੀਜ਼ ਹੈ। ਇਸ ਤੋਂ ਇਲਾਵਾ ਹੋਰ ਤਰਾਟਕ ਸਾਧਨ ਪੁੱਠੇ ਲੰਪਨਾ ਹੋਰੇ ਬੜੇ ਸਾਧਨ ਕਰਦੇ ਰਹੇ। ਹੋਰੇ ਪੁੱਠੇ ਸਿੱਧੇ ਬੜਾ ਕੁਝ ਕਰਦੇ ਆ, ਹੋਰੇ ਕੁਝ ਕਰੀ ਜਾਂਦੇ, ਹੋਰ ਯਤਨ ਬੜੇ ਕਰਦੇ ਆ। ਤਿਲਕ ਛਾਪੇ ਹਰਦੁਆਰ ਬੜਾ ਕੁਝ ਕਰਦੇ ਆ। ਦੇਵੀ ਦੁਬਿਆਂ ਦੇ ਹੋਰ ਬੜਾ ਕੁਝ ਮਨੌਤਾਂ 'ਚ ਕਰਦੇ ਆ। ਉਹਨਾਂ ਨੇ 3 ਵਾਰ ਭਾਣਾ ਮੰਨਿਆ ਨਹੀਂ। ਭਾਣਾ ਮੰਨਣ ਵਾਲਿਆਂ ਦੀ ਦੁੱਖ ਸੁੱਖ ਦੀ ਅਰਦਾਸ ਕਰ ਤਾਂ ਸੁੱਖ ਦੀ ਪ੍ਰਾਪਤੀ ਦੇ ਤਿਲ ਮਾਤਰ ਕੀਮਤ ਨਹੀਂ ਜਾਣੇ। ਭਾਣਾ ਮੰਨਣ ਦੀ ਕੀਮਤ ਨਾ ਜਾਣੇ ਨਹੀਂ। ਜਿਹੜੇ ਹੋਰ ਪਾਸੇ ਤੁਰੇ ਫਿਰਦੇ ਤਰੋਟੀਆਂ ਆ ਬੜੇ ਸਾਧਨ ਤੇ ਕਰਦੇ ਹਨ। ਤਿਲ ਨਹੀਂ ਕੀਮਤ ਜਾਤੀ। ਉਹਨਾਂ ਨੇ ਤਿਲ ਮਾਤਰ ਭਾਣਾ ਮੰਨਣ ਦੀ, ਜਾਂ ਜਿਨ੍ਹਾਂ ਦਾ ਦੁੱਖ ਨਿਵਰਤ ਹੋਇਆ ਸੁੱਖ ਮਿਲਿਆ, ਉਹਨਾਂ ਦੀ ਰੱਬ ਦੇ ਪਿਆਰਾਂ ਦੀ ਤਿਲ ਮਾਤਰ ਕੀਮਤ ਜਾਣ ਨਹੀਂ ਸਕਦੇ। ਤਿਲ ਨਹੀਂ ਕੀਮਤ ਜਾਣੀ। ਜਿਵੇਂ ਕਿਸੇ ਦਾ ਗੋਰਾ ਸ਼ੋਹ ਸਰੀਰ ਹੈ, ਤਿਲ ਹੋਵੇ ਤਿਲ, ਉਹ ਤਿਲ ਦੀ ਕੀ ਉਪਮਾ ਕਹਿ ਸਕਦਾ, ਗੋਰੇ ਸੇੜ ਦੀ ਕੀ ਕਹਿ ਸਕਦਾ ਉਪਮਾ। ਇਸ ਤਰ੍ਹਾਂ ਤਿਲਕ ਜਿੰਨੀ ਕਲਪਤ ਹੈ ਮਾਇਆ, ਤਿਲਕ ਦੀ ਕਲਪਤ। ਉਹ ਜੇ ਕਲਪਤ ਤਿਲ ਮਾਤਰ ਮਾਇਆ ਦੀ ਕੀਮਤ ਨਹੀਂ ਕਰਦੇ, ਪਰਮਾਤਮਾ ਦੀ ਕੀ ਕੀਮਤ ਕਰ ਸਕਦੇ ਹਨ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਕੈਸਾ ਹੈ ਨਾਮ ਅੰਮ੍ਰਿਤ, ਅਮਰ ਕਰਨ ਵਾਲਾ। ਉਹ ਹੀਰੇ ਤੋਂ ਹੀਰੇ ਵੱਟੇ ਮਿਲ ਜਾਂਦੇ, ਇਹ ਤਾਂ ਹੀਰਿਆਂ ਦੇ ਵੱਟੇ ਮਿਲਦਾ ਹੀ ਨਹੀਂ। ਅਗਰ ਅਸੀਂ ਰਾਜਾ ਕਬੀਰ ਸਾਹਿਬ ਦੀ ਛੰਨ ਵਿੱਚ ਚੰਗੇਰ ਜੀ ਬੜੀ ਭਰੀ ਫਿਰਦਾ ਜਿਹੜੇ ਸੁਣੇ ਦੀ ਹੈ। ਇਹ ਕੀ ਹੈ? ਉਹ ਕਿਹਨੇ ਰੱਖੇ ਹੈ, ਕਿਹਨੇ ਸੁਟਿਆ ਹੈ? ਉਹ ਮੈਂ ਜੀ ਮੈਂ ਕਾਹਦੇ ਵਾਸਤੇ? ਬੱਲੇ ਬੱਲੇ ਤੁਹਾਡਾ ਬੜਾ ਜਸ ਹੈ। 9 ਕਰੋੜ ਦੁਨੀਆ ਤੁਹਾਡੇ ਮਗਰ ਹਨ। ਤੁਹਾਡੀ ਪ੍ਰਭਤਾ ਨਾਮ ਕਰਕੇ ਹੀ ਹੈ ਨਾ। ਮੈਨੂੰ ਨਾਮ ਦੇ ਦਿਓ, ਮੈਂ ਵੀ ਨਾਮ ਜਪ ਲਵਾਂ। ਰਾਜਾ ਮੇਰੇ ਫੇਰ ਪ੍ਰਭਤਾ ਹੋ ਜ਼ਿਆਦਾ। ਕਹਿੰਦੇ ਕਮਾਲਿਆ ਲਾ ਤਕੜੀ ਵੱਟਾ, ਇਹ ਕੀ ਕਰਨਾ? ਤੁਸੀਂ ਨਾਮ ਰਾਮਾ ਕਹਿੰਦੇ ਮਨ ਦੇ ਲਿਆ ਹੈ ਮੋਲ। ਛੁਰੀ ਨਾਲ ਦੇ ਕਾਲਜਾ ਵਢਵਾ ਮਨ ਦੇ ਭੱਜ ਗਿਆ ਸੀ। ਇਹ ਨਹੀਂ ਮਿਲਦਾ ਹੀਰੇ ਵੱਟਿਆ। ਨਾਮ ਦੀ ਕੀਮਤ ਹੈ ਨਹੀਂ। ਸਾਈ ਨਾਮ ਮੋਲ ਕੀਮਣਾ ਕੋਈ ਜਾਣ ਦੋ। ਬਹੁਤ ਸਾਧ ਪੈਖੇ ਸਭ ਕੁਝ ਨਹੀਂ। ਹਰ ਹਰੇ ਨਾਨਕ ਨਾਮ ਅਮੋਲ। ਬਹੁਤ ਵੱਡੀ ਚੀਜ਼ ਹੈ, ਬਹੁਤ ਵੱਡੀ ਚੀਜ਼ ਹੈ। ਗੁਰੂ ਘਰ ਵਿੱਚ ਨਾਮ ਦੀ ਮਨੌਤ ਹੈ, ਸਭ ਤੋਂ ਵੱਡੀ ਚੀਜ਼ ਹੈ, ਬਹੁਤ ਵੱਡੀ ਚੀਜ਼ ਹੈ। ਨਾਮ ਮਿਲਦਾ ਹੀ ਨਹੀਂ। ਚੰਗੇ ਕਰਮਾਂ ਵਾਲਿਆਂ ਨੂੰ ਗੱਫਾ ਮਿਲਦਾ, ਰੱਬ ਦੇ ਪਿਆਰਿਆਂ ਨੂੰ ਦਿਨੋਂ ਮਤਾਨੀ ਅੰਮ੍ਰਿਤ ਦੇ ਚੋਲਿਆਂ ਨਾਲ। ਵਾਹਿਗੁਰੂ ਗੁਰੂ ਮੰਤਰ ਹੈ ਜਪ ਹੋਮੈ
ਵਾਹਿਗੁਰੂ ਵਾਰ ਸੁੰਦਰ ਸਦਾ ਉਸ ਬਾਰੇ ਹਮਰੇ ਕਰੋ। ਬਹੁਤ ਵੱਡੀ ਜੇ ਹਮਦੇ ਚੁਲੇ ਨਾਲ ਜਿਹਨੂੰ ਮਿਲ ਗਿਆ ਲੈ ਲਿਆ। ਅੰਮ੍ਰਿਤ ਛਕਣ ਦਾ ਫਲ ਡਿੱਗਿਆ ਨਾ, ਉਹ ਬੁਖਾਰੋਂ 'ਚ ਡਿੱਗਦਾ ਹੀ ਨਹੀਂ, ਡੋਲੇ ਉਹ ਡੋਲਦਾ ਨਹੀਂ ਆਪਣੇ ਧਰਮ ਤੋਂ ਡਲਾਇਮਾਨ ਹੁੰਦਾ। ਡਿੱਗਣਾ ਡੋਲੇ ਬੜੇ ਬੜੇ ਡੋਲ ਗਏ। ਲੈ ਰਾਵਣ ਸੀਤਾ ਉੱਤੇ ਡੋਲ ਗਿਆ ਸੀ, ਬਰਮਾ ਵਾਲੀ ਪੁੱਤਰੀ ਤੇ ਡੋਲ ਗਿਆ ਸੀ, ਉਹ ਸੌਰਵ ਰਾਖੇ ਹੋ ਰਹੇ ਘਰ ਬੈਠਿਆ ਸੀ। ਜੇ ਇਹਨਾਂ ਨੂੰ ਮੰਤਰ ਗੁਰ ਮੰਤਰ ਮਿਲ ਗਿਆ ਪੰਜਵੇਂ ਪਾਤਸ਼ਾਹ ਦਾ ਸੰਤ ਰਾਮ ਗੁਰਸਿੱਖ ਪੰਜਵੇਂ ਸਿੱਖਿਆ ਲੈ ਕੇ ਸਰਸਮੈਨ ਹੈ, ਉਸ ਵਿੱਚ ਭਰਤੀ ਹੈ। ਚੰਗਾ ਲਾਇਕ ਸਮਝ ਕੇ ਇਹਨੂੰ ਆਪਣੇ ਬੰਗਲੇ ਵਿੱਚ ਕੋਠੀ ਵਿੱਚ ਪੈਰੇ 'ਤੇ ਲਾਇਆ ਹੋਇਆ ਜਹਾਂਗੀਰ ਨੇ। ਇੱਕ ਹੋਰ ਵੀ ਸਿਪਾਹੀ ਨਾਲ ਦਾ ਰਾਜ ਬੱਚੀ ਸੁਰ ਦੀ ਕਿਰਨਾਂ ਚਮਕ ਰਹੀ ਹੈ ਉਤੋਂ ਮਹਿਲਾਂ ਤੋਂ ਉੱਠੀ। ਇਹਦਾ ਰੂਪ ਜਾਪ ਕਰਨ ਵਾਲਾ ਜਤੀ ਹੈ। ਮੌਤ ਹੋ ਗਈ, ਵਿਕੇ ਗਈ, ਬਸਾਰੋਂ ਢੀਠ ਜੀ ਹੋ ਗਈ। ਬੇਪਰਦ ਹੋ ਕੇ ਮਾਂ ਨੂੰ ਦੱਸਣ ਲੱਗੀ ਬੇਗਮ ਨੂੰ, ਜੇ ਨਾ ਨਕਾਬ ਉਹ ਖੜਿਆ ਉਹਦੇ ਨਾਲ ਮੈਂ ਕਰਨਾ ਹੀ ਨਹੀਂ। ਮਾਂ ਸਮਝਾਵੇ ਆਪ ਨੂੰ, ਜਾਂ ਕਿਸੇ ਕੋਲ ਦੱਸਣਾ ਪੈ ਗਿਆ ਉਹ ਮਰ ਜਾਣੀ ਹੈ। ਕੋਈ ਵਜ਼ੀਰ ਬੱਚਾ, ਕੋਈ ਰਾਜ ਬੱਚਾ, ਕੋਈ ਮੈਂ ਕਹਿੰਦੇ ਹੋਰ ਕਰਾਉਣਾ ਨਹੀਂ ਕਿਤੇ ਵਿਚਾਰ ਕੀਤੀ। ਚਲੋ ਕੋਠੀ ਕੋਠੀ ਮਹਿਲ ਇਹਨੂੰ ਕੋਈ ਹੋਰ ਕਿਸੇ ਥਾਂ ਸੁਬਾ ਸਭਾ ਬਣਾ ਦਿਆਂਗੇ। ਇਉਂ ਕਰੇ ਦਿੰਦੇ ਜਿਵੇਂ ਕੁੜੀ ਕਰਦੀ ਹੈ। ਫਿਰ ਵਿਚਾਰ ਹੋਈ, ਜਿਹੜਾ ਦੂਜਾ ਪੁਲਿਸ ਵਾਲਾ ਸਾਥੀ ਪਹਿਰਾ ਦਿੰਦਾ ਹੈ ਉਹਦੇ ਘਰ ਵਾਲੀ ਰਾਜ ਦੇ ਘਰ ਗੋਲੀ ਦਾ ਕੰਮ ਕਰਦੀ ਸੀ। ਇਹਨਾਂ ਗੱਲ ਸਾਰੀ ਸੁਣ ਲਈ। ਆਪ ਪਤੀ ਨੂੰ ਦੱਸਿਆ, ਕਹਿੰਦੇ ਤੇਰੇ ਨਾਲ ਦਾ ਜਿਹਦਾ ਨਾਮ ਸੰਤ ਰਾਮ ਹੈ, ਕੱਲ੍ਹ ਨੂੰ ਬਹੁਤ ਵੱਡੀ ਡਿਗਰੀ, ਬਹੁਤ ਵੱਡਾ ਇਹਨੇ ਹੋ ਜਾਣਾ। ਅੱਛਾ, ਨਿਕਾਹ ਪੜਾ ਦੇਣਾ, ਪਾਸ਼ਾ ਦਾ ਜਵਾਈ ਬਣ ਜਾਣਾ। ਉਹਨੇ ਆਪਣੇ ਪਤੀ ਨੂੰ ਤੁਸੀਂ ਸੰਤ ਰਾਮ ਨੂੰ ਦੱਸਤਾ ਇਸ ਤਰ੍ਹਾਂ ਗੱਲ ਹੋਣੀ ਹੈ। ਕਹਿੰਦੇ ਬੱਲੇ ਬੱਲੇ ਝੂਠ ਬੋਲਦਾ, ਕਹਿੰਦੇ ਸੱਚੀ ਗੱਲ ਹੈ। ਲੈ ਪਰ ਬਦਲੂ ਜਰਾ ਹੋ ਗਿਆ ਭਗੌੜਾ, ਭੱਜਿਆ। ਰਾਤ ਨੂੰ ਭੱਜਦਾ, ਦਿਨ ਵਿੱਚ ਕਿਤੇ ਟਿਕ ਜਾਂਦਾ। ਆਖਰ ਹੋਲੀਆ ਦੇਤਾ ਬਾਸਤਰ ਸਾਰਾ ਕੁਛ ਪਸੌਰ ਦੇ ਵਿੱਚ ਪ੍ਰਗਟ ਹੋ ਗਿਆ। ਚਿੱਠੀ ਪਾਤਸ਼ਾਹ ਦੀ ਹੈ, ਜੇ ਤਾਂ ਮੰਨਦਾ ਹੈ ਪਾਲ ਕੇ ਤੇ ਜਲੂਸ ਕੱਢਦੇ ਲਿਆਓ, ਨਹੀਂ ਤਾਂ ਸਿਰ ਵੱਢ ਕੇ ਇੱਥੇ ਲਿਆ ਦਿਓ। ਉਹ ਕਹਿੰਦੇ ਤੇਰਾ ਸਤਿਨਾਮ ਹਾਂ ਮੇਰਾ ਹੈਗਾ। ਆਹ ਵੇਖ ਲੈ ਪਾਤਸ਼ਾਹ ਨੂੰ ਆਰਡਰ, ਮੁਸਲਮਾਨ ਬਣਨਾ ਜਿੰਦ ਬਚਾ ਲੈ, ਪਾਲ ਕੇ ਤੇ ਲੈ ਜਾਂਦੇ। ਦੂਜਾ ਫਿਰ ਕਿਰਪਾਨ ਚੜੂਗੀ, ਕਹਿੰਦੇ ਮੈਨੂੰ ਇਸ਼ਨਾਨ ਕਰਨ ਦਿਓ, ਮੈਂ ਸੀਸ ਦੇ ਦਾਂਗਾ। ਕੁੜੀ ਨੂੰ ਨਹੀਂ ਗੁਆਰ ਕਰਦਾ, ਧਰਮ ਤੋਂ ਬੇਧਰਮ ਨਹੀਂ ਹੋਣਾ। ਇਸ ਤਰ੍ਹਾਂ ਸੀਸ ਲਾ ਲਿਆ। ਸੁਨਹਿਰੀ ਸਾਲ ਵਿੱਚ ਆ ਗਿਆ। ਜਦੋਂ ਆਇਆ ਆ ਕੁੜੀ ਜੇ ਹੱਥ ਲਾਉਣ ਜੇ ਲਗੇ, ਸਵਾ ਘੰਟਾ ਹੱਥ ਤਾਂ ਉਹਨਾਂ ਬੋਲੀ ਨਾਰ ਕੋ, ਉਹ ਤਾਂ ਜਾਂਦਾ ਹੱਥ ਲੱਗ ਨਹੀਂ ਦਿੰਦਾ। ਇਹ ਕੁੜੀਏ ਇਹ ਕੀ ਗੱਲ ਹੋ ਗਈ, ਇਹ ਤੇਰਾ ਹੱਥ ਕਿਉਂ ਨਹੀਂ ਲੱਗਣ ਦੇ ਰਿਹਾ? ਹੁਣ ਤਾਂ ਜੜ ਚੀਜ਼ ਹੈ, ਇਹ ਤਾਂ ਸੀਦ ਹੋਏਗਾ, ਮਰੇ ਹੋਏ ਦਾ ਸਿਰ ਹੈ। ਪਿਤਾ ਇੰਨਾ ਜਿਉਂਦੇ ਜੀ ਨੇ ਮੈਨੂੰ ਅੰਗੀਕਾਰ ਨਹੀਂ ਕੀਤਾ, ਮਨੋਂ ਹੀ ਉਹਨੇ ਦੀ ਰੱਖਿਆ। ਅੱਲਾ ਕਥਾ ਖੁਦਾ ਕਰ ਰਿਹਾ, ਉਹ ਨਹੀਂ ਲੱਗਣ ਦਿੰਦਾ। ਇਉਂ ਹੈ ਜਿਹਨਾਂ ਨੂੰ ਮਿਲ ਗਿਆ ਡੋਲਦੇ ਨਹੀਂ। ਸਾਹਿਬਜ਼ਾਦੇ ਵੇਖ ਲਓ, ਬਾਬਾ ਫਤਿਹ ਸਿੰਘ, ਜੋਰਾਵਰ ਸਿੰਘ 7-9 ਸਾਲ ਦੇ, ਬੜੇ ਲਾਜ ਬੜੀ ਨਵਾਬੀਆਂ, ਬੜਾ ਕੁਝ ਦੇ ਰਿਹਾ ਸੀ, ਡੋਲੇ ਹੀ ਨਹੀਂ। ਨਾਮ ਤੇ ਸ਼ਕਤੀ ਹੈ, ਦ੍ਰਿੜ ਕਰ ਰਹਿਓ। ਨਾਮ ਨੂੰ ਪੱਕਾ ਹਰ ਵੇਲੇ ਧਰਮ ਨਾਮ
ਪੱਕਾ ਕਰਨ ਤੋਂ ਨਾਮ ਕਰੀ ਦੇ ਬਸ ਗਿਆ। ਉਹ ਦਿਲ ਪੱਕਾ ਨਾਮ ਹੋਣ ਤੋਂ ਮਨ ਪੱਕਾ ਹੋ ਗਿਆ। ਪੂਰਨ ਹੋਏ ਤ੍ਰਿਪਤਾਨੀ। ਪੂਰਨ ਤ੍ਰਿਪਤੀ, ਆਤਮ ਤ੍ਰਿਪਤੀ, ਪੂਰਾ ਰੱਜ ਹੋ ਜਾਂਦਾ ਹੈ। ਹੋਏ ਜੋ बीच हम तुम कछ होते। ਹਮ ਤੁਮ ਅੰਗ ਤਾਂ ਮਮਤਾ ਸੀ। ਜਿਹੜਾ ਜੀਵ ਹੈ ਅਲਪਗ ਹੈ, ਜਮਦਾ ਭੁਖ ਤਰੇ ਈਸਰ ਸਰਬੱਗ ਹੈ। ਫਲ ਭੁਗਤਾਉਂਦਾ ਹੈ, ਕਿਰਿਆ ਕਰਾਉਂਦਾ ਹੈ, ਕਿਉਂ ਹੈ ਉਹ ਪੱਗ ਹੈ। ਇਹ ਤਾਂ ਪਾਦਾ ਲਖਦਾ ਤਤ ਪਾਦਾ ਲਖ ਹੈ। ਤਾਂ ਭੇਦ ਸੀ ਨਾ, ਭੇਦ ਜੁਗਤੀਆਂ ਦੁਆਰਾ ਚੇਤਨ ਇੱਕ ਹੈ। ਉਹਦੀ ਉਤਪਤੀ ਗਿਆਨ, ਇਹਦੀ ਭਗਤਾ ਛੱਡ ਕੇ ਜੋਤ ਤਾਂ ਇੱਕ ਹੈ। ਇਸ ਤਰ੍ਹਾਂ ਇੱਕੇ ਰੂਪ ਹੋ ਜਾਂਦਾ। ਆਤਮਾ ਪ੍ਰਭਾਵ ਮਿਲ ਕੇ ਇੱਕੇ ਰੂਪ ਰੱਬ ਰੂਪੇ ਹੋ ਜਾਂਦਾ। ਪਾਧੀਆਂ ਛੱਡ ਕੇ ਹੰਗਤਾ ਮਮਤਾ ਉਰਮੀਆਂ ਅਤੇ ਉਹਦੀਆਂ ਸ਼ਕਤੀਆਂ। तिन की बात बिलानी। ਕੰਮ ਸੇ ਸਾਰੀ ਬਾਤ ਬੁਲਾ ਗਈ। ਹੁਣ ਤਾਂ ਪੰਜ ਕਰਮ ਇੰਦਰੀ, ਪੰਜ ਗਿਆਨ ਮਨ ਬੁੱਧ ਪ੍ਰੇਮ ਕਠਾਲੀ ਵਿੱਚ ਪਾ ਕੇ ਜਪ ਤਪ ਦਾ ਸੇਕ ਲਾ ਕੇ ਬ੍ਰਹਮ ਰੂਪੇ ਬਣ ਗਏ। ਭਗਤਾ ਤੂੰ ਤਾਂ ਤੂੰ ਪਦ ਅਲਖ, ਤਦ ਪਦ ਅਲਖ, ਹੰਗਤਾ ਮਮਤਾ ਇਹ ਦੂਰ ਹੋ ਗਈ ਗਿਆਨ ਹੋਣ ਤੋਂ। अलंकार मिल थैली हुई है। ਹੁਣ ਤਾਂ ਅਲੰਕਾਰ ਮਿਟ ਗਿਆ, ਸੋਨਾ ਦੀ ਡਲੀਏ ਬਣ ਗਈ। ताते कनक ਹੁਣ बखानी। ਤਾਂ ਸੋਨਾ ਹੀ ਕਹਿਣਾ ਪਵੇਗਾ। प्रगट्यो जोत सहज सुख शोभा। ਰੱਬ ਦੇ ਪਿਆਰਾਂ ਦੀ ਵਾਸਤਾ ਹੈ। ਸਹਿਜ ਜੋ ਸਹਿਜ ਗਿਆਨ ਹੋਇਆ। ਸਹਿਜ ਗਿਆਨ ਤੋਂ ਜਿਹੜਾ ਗੋਤੇਰਾ ਪ੍ਰਗਟ ਸਖਿਆਤ ਹੋ ਗਿਆ। ਸਹਿਜ ਗਿਆਨ, ਸਹਿਜ ਬੜਾ ਅਪਰੋਹ ਗਿਆਨ ਹੋ ਗਿਆ। ਪਰੋ ਗਿਆਨ ਤੋਂ ਪਰਮਾਤਮਾ ਸਾਹਮਣੇ ਹਿਰਦੇ ਪ੍ਰਗਟ ਹੋ ਗਿਆ। सुख शोभा। ਸੁਖ ਆਤਮਾ ਨੂੰ ਤਾਂ ਸੋਭਾ, ਬ੍ਰਹਮ ਗਿਆਨੀ ਤਤ ਵੇਤਾ ਬਣ ਗਿਆ। बाजे अनहद बानी। ਸਤਨਾਮ ਵਜ ਅਨੰਦਾ ਝੁਨਕਾਰ ਹੈ। ਜਦੋਂ ਐਟਮੜੀ ਜਾਪ ਦੇ ਧੂਣੀ ਦੇ ਜਾਪ ਹੋਏ, ਉਦੋਂ ਸਹਿਜ ਗਿਆਨ ਹੋ ਗਿਆ, ਰੱਬ ਪ੍ਰਗਟ ਹੋ ਗਿਆ। कहो नानक नहीं चल कर बाध्यो। ਉਹ ਹੰਗਤਾ ਮਮਤਾ ਨਹੀਂ ਕਰਦੇ। ਆਪ ਤੋਂ ਜਾਏ ਚੜੇ ਸੇ ਮਿਲੇ ਹੈ ਸਾਰ ਪਾਣੀ। ਰਾਮ ਪਿਰਾਏ ਕੋਈ ਨਾ ਸਕੈ पछानी। ਅਚਾਰ ਸਰੂਪ ਵਿੱਚ ਇਸਤ ਹੋ ਗਿਆ, ਉਹਦਾ ਰੂਪ ਹੋ ਗਿਆ। ਰੱਬ ਨੇ ਸਾਡਾ ਨਹੀਂ, ਰੱਬ ਨੇ ਬਣਵਾਇਆ ਆਪੇ ਸਰੂਪ ਵਿੱਚ ਇਸਤਰੀ ਦੇ ਦਿੱਤੀ। गुर कियो बंधानी। ਮਹਾਰਾਜ ਨੇ ਆਪੇ ਬਣਵਾਇਆ ਹੈ, ਜੋ ਅਚਾਰ ਸਰੂਪ ਵਿੱਚ ਸਥਿਤੀ ਹੋ ਗਈ। ਸੋ ਇੰਨਾ ਹੀ ਟਾਈਮ ਪ੍ਰਵਾਨ ਕਰਨਾ, ਕਿਉਂਕਿ ਬਾਹਰ ਤਿਆਰੀ ਹੋ ਰਹੀ ਹੈ, ਹੋ ਵੀ ਗਈ ਹੋਣੀ। ਇਹ ਥਾਂ ਪੰਜ ਪਿਆਰੇ ਰਾਤ ਦੇ ਦੇਗਾ ਸਜਾ ਰਹੇ ਹਨ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਮ ਲਿਖਾ ਦਿਓ। ਭਾਈ ਜਰਨੈਲ ਸਿੰਘ ਕੋਲ ਉਹ ਨਾਮ ਲਿਖੋਇਆ, ਇਉਂ ਨਾ ਕਿ ਮੇਰਾ ਨਾਮ ਅੰਮ੍ਰਿਤ ਛਕੋ। ਨਾਮ ਲਿਖਣਾ ਤਾਂ ਛਕਣਾ ਹੀ ਹੈ। ਜਿੰਦਾ ਹੋਰ ਵੀ ਬਣ ਦਾ ਕਕਾਰ ਆ ਗਏ, ਉਹ ਵੀ ਛਕ ਲਓ, ਪ੍ਰੇਮ ਨਾਲ ਛਕੋ। ਉਹ ਕਦਮ ਚੁੱਕੋ, ਕੋ ਬੀਬੀਆਂ ਦੇ ਮਨ ਨਾ ਖਰਾਬ ਕਰੋ। ਉਹ ਕਾਲੇ ਵਾਲੇ ਪੇਂਟ ਪਾਉਣ ਵਾਲੇ ਹਟ ਜਾਓ। ਕੁਝ ਬਹੁਤ ਬੰਦੇ ਸੰਗਤ ਵੀ ਬੜਾ ਘੱਟ ਕਰਦੇ ਆ, ਤਾਂ ਇਹਨਾਂ ਦੇ ਪ੍ਰਸ਼ਨ ਪੈਂਦਾ ਖੁੰਡਾ ਮੁੰਡਾ ਤੇ ਬੈਠ, ਖੁੰਡਾ ਮੁੰਡਾ ਦਾ ਬੋਲ ਚਾਲ ਹੋ ਜੇ ਹੁੰਦਾ। ਫਿਰ ਆ ਮੁੰਡਾ ਬਾਹਰ ਹੁੰਦੇ ਆ ਕੱਚੇ ਪੀਲੇ ਜੇ, ਨਾਮ ਲਿਖਿਆ ਨਾ ਹੀ ਕਕਾਰ ਆਏ ਅਕਸ਼ਰ ਤੋਂ ਲੈ ਕੇ ਲਾਭ ਲੈ ਲਓ, ਫਿਰ ਵੀ ਆਵਾਜ਼ ਦਿੱਤੀ ਜਾਵੇਗੀ। ਜਦੋਂ ਅੰਮ੍ਰਿਤ ਦਾ ਵਟਾ ਤਿਆਰ ਬਾਣੀ ਪੜ੍ਹਨੀ ਹੈ, ਸੱਜੇ ਖੱਬੇ ਦੀ ਆਵਾਜ਼ ਇੱਧਰ ਉੱਧਰ ਦੀ ਬਿਲਕੁਲ ਨਹੀਂ ਹੋਣੀ ਚਾਹੀਦੀ। ਅੰਮ੍ਰਿਤ ਇੱਕ ਬਹੁਤ ਸੂਖਮ ਚੀਜ਼ ਹੈ, ਬਹੁਤ ਉੱਤਮ ਚੀਜ਼ ਹੈ। ਇਹਦੇ ਵਿੱਚ ਸੱਜੇ ਖੱਬੇ ਦੀ ਆਵਾਜ਼ ਆਉਣੀ ਮਨਾਸ ਬਣੀ। ਛਕਣ ਵਾਲੇ ਸਾਨੂੰ ਕੇਸੀ ਇਸ਼ਨਾਨ ਉਹ ਜੇ ਬਾਤ ਸਾਦੇ ਪਾ ਲਈਦੇ ਆ, ਪ੍ਰੇਮ ਦੇ ਨਾਲ ਸਾਨੂੰ ਕੇਸੀ ਇਸ਼ਨਾਨ ਕਰਨਾ ਹੈ। ਕੇਸੀ ਇਸ਼ਨਾਨ ਤਾਂ ਕਰ ਲਿਆ, ਫਿਰ ਲੈਟਣਾ ਵੀ, ਫਿਰ ਕੇਸੀ ਇਸ਼ਨਾਨ ਪਾਣੀ ਪਾ ਲਈਦਾ। ਇਸ ਤਰ੍ਹਾਂ ਮਰਿਆਦਾ
ਕਰ ਲਓ। ਬੇਬਿਆਂ ਦਾ ਕੋਈ ਗਹਿਣਾ, ਸਿਆਣੀਆਂ ਬਾਅਦ ਕੋਈ ਗਹਿਣਾ ਗੱਟਾ ਨਹੀਂ ਹੋਣਾ ਚਾਹੀਦਾ। ਉਸ ਵੇਲੇ ਭਰਾਵਾਂ ਦੇ ਘੜੀਆਂ ਘੁੜੀਆਂ ਛਾਪਾਂ ਨਹੀਂ ਹੱਥ ਹੋਣੇ ਚਾਹੀਦੀਆਂ। ਕੁੜਤੇ ਪਾਣੇ, ਕੁੜਤੇ ਪਜਾਮੇ ਪਾਓ ਨਾਲ ਰਹਿਣ ਕੁੜਤੇ। ਜਿਹੜਾ ਅੱਜ ਕੱਲ੍ਹ ਚੱਲਿਆ ਨਾ ਉਹ ਕੋਟੀਆਂ ਜਿਹੀਆਂ ਹੋਰ ਨਾ ਝੱਗੀਆਂ ਜਿਹੀਆਂ, ਉਹਦੇ ਨਾਲ ਕਛਹਿਰਾ ਨਹੀਂ ਟੱਕ ਹੁੰਦਾ। ਕਛਹਿਰਾ ਕਕਾਰ ਪਰ ਤੇੜ ਦਾ ਵਸਦਾ, ਤੇੜ ਦਾ, ਉਹਨੂੰ ਹੱਥ ਨਹੀਂ ਲੱਗਣੇ ਚਾਹੀਦੇ। ਇਸ ਕਰਕੇ ਕੁੜਤੇ ਪਾ ਕੇ ਆਉਣਾ ਪ੍ਰੇਮੀਆਂ ਨੇ। ਬੱਚੇ ਕਈ ਸਕਦੇ ਉਹ ਝੱਗੇ ਜਿਹੇ ਪਾ ਕੇ ਆ ਜਾਂਦੇ ਆ। ਕਈ ਜਿਵੇਂ ਸਕੂਲ ਦਾ ਪਟਕਾ 'ਚ ਹੁੰਦਾ ਇਸ ਤਰ੍ਹਾਂ ਬੰਨ੍ਹ ਕੇ ਆਉਂਦੇ ਨਹੀਂ, ਪਟਕਾ ਬੰਨ੍ਹਦਾ ਪਟਕਾ। ਮਹਿੰਦੀਆਂ ਮੁੰਡਿਆਂ ਬੱਚੇ ਦੇ ਹੁਣ ਨਹੀਂ ਖੋਲ੍ਹ ਦਈਦੀਆਂ, ਗੋਲ ਜਿਹਾ ਪਟਕਾ ਬੰਨ੍ਹੀਦਾ। ਇਸ ਤਰ੍ਹਾਂ ਤਿਆਰੀ ਕਰੋ। ਆਈ ਸੰਗਤ ਦਾ ਧੰਨਵਾਦ। ਇੱਥੇ ਹੀ ਸਮਾਪਤੀ। ਬਾਰ-ਬਾਰ ਸਾਰਿਆਂ ਨੂੰ ਟਾਈਮ ਸਿਰ ਟਾਈਮ ਮਿਲ ਜਾਣਾ। ਕਰੋ ਹਾਜ਼ਰੀਆਂ, ਬਣਾਓ ਖਾਓ, ਸਾਰੇ ਦਿਨ ਇੱਥੇ ਹੀ ਰਹੋ ਪ੍ਰੇਮ ਨਾਲ। ਘਰ ਵਿੱਚ ਤਾਂ ਆਪਾਂ ਮੋਝਾ ਪਾਇਆ ਪਰ ਘਰ ਛੱਡਣੇ ਰਹਿਣਾ ਕੋਈ। ਅਸਲੀ ਘਰ ਤਾਂ ਇਹੀ ਹੈ ਜਿੱਥੇ ਅਖੀਰੀਆਂ ਅਰਦਾਸਾਂ ਹੋਣੀਆਂ ਹਨ। ਸੇਵਾ ਕਰ ਚੁੱਪਚਾਪ, ਸੱਜੇ ਖੱਬੇ ਖੜ ਪੈਰੇ ਲੱਗੇ ਹੋਣ। ਸੱਜੇ ਖੱਬੇ ਖੜਨਾ ਨਹੀਂ, ਨਾ ਮੁੰਡਿਆਂ ਨੇ ਨਾ ਭੈਣਾਂ ਬਿਲਕੁਲ ਨਹੀਂ ਖੜਨਾ। ਦੀਵਾਨ ਵਿੱਚ ਜਾਓ ਜਾਂ ਕਿਸੇ ਥਾਂ ਟਿਕਾਣੇ ਬੈਠੋ, ਲੰਗਰ ਛਕੋ। ਸਾਰਾ ਕੁਝ ਲੰਗਰ ਕਰਕੇ ਬੈਠ, ਥੋੜ੍ਹਾ ਜਿਹਾ ਰੈਸਟ ਕਰਕੇ ਬਾਹਰ ਦੀਵਾਨ ਸੱਜ ਜਾਣਾ। ਥਾਂ ਵਿਹਲਾ ਕਰਨਾ। ਦੇਹੋ ਸੱਜਣ ਸਿਸੜੀਆਂ ਜੋ ਹੋਵੇ ਸਾਹਿਬ ਸਿਓ ਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।